ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹ ਰਾਮਾਨੰਦ ਜੀ ਜਿਹੜੇ ਹੈਗੇ, ਕਬੀਰ ਜੀ ਦੇ ਜਿਹੜੇ ਹੈਗੇ ਗੁਰੂ, ਉਹਨਾਂ ਦਾ ਸ਼ਬਦ ਲੈ ਰਹੇ ਹਾਂ ਜੀ। ਇੱਕੋ ਹੀ ਸ਼ਬਦ ਹੈ ਗੁਰਬਾਣੀ ਦੇ ਵਿੱਚ। ਔਰ ਉਹ ਬ੍ਰਾਹਮਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਾਹਮਣ ਖਾਨਦਾਨ ਤੋਂ ਸੀਗੇ ਔਰ ਸ਼ੂਦਰਾਂ ਨੂੰ ਮੰਤਰ ਨਹੀਂ ਦਿੰਦੇ ਸੀਗੇ। ਭਾਈ ਗੁਰਦਾਸ ਜੀ ਨੇ ਦੱਸਿਆ ਬਈ ਉਹ ਰਾਮਾਨੰਦ ਜੀ ਜਿਹੜੇ ਗੰਗਾ ਨਹਾਵਣ ਜਾਂਦੇ ਸੀਗੇ, ਲੰਮਾ ਪਿਆ ਕਬੀਰ ਤੇ ਥਾਈ, ਤੇ ਕਬੀਰ ਜੀ ਨੇ ਵੀ ਟ੍ਰਿਕ ਕਰੀ ਬਈ 2 ਵਜੇ ਉਹਨਾਂ ਨੂੰ ਪਤਾ ਸੀ ਵੀ ਬ੍ਰਹਮ ਮੁਹੂਰਤ 'ਚ ਗੰਗਾ ਨਹਾਉਣ ਜਾਂਦੇ। ਰਾਮਾਨੰਦ ਜੀ ਜਾ ਕੇ ਝੂਠ ਮੂਠ ਦੇ ਲੰਮੇ ਪੈ ਗਏ, ਤੇ ਉਹ ਫਿਰ ਰਾਮਾਨੰਦ ਜੀ ਜਾਂਦੇ ਜਾਂਦੇ ਪੈਰ ਜਿਹੜੇ ਉੱਥੇ ਹੀ ਪਏ ਜਿੱਥੇ ਕਿ ਪੌੜੀਆਂ ਜਿੱਥੋਂ ਜਾਂਦੇ ਸੀਗੇ, ਪੈਰ ਲੱਗਿਆ ਮਾੜਾ ਜਿਹਾ, ਤੇ ਕਹਿੰਦੇ ਉੱਠ ਰਾਮ ਕੇ ਰਾਮ ਬੋਲ। ਬਸ ਕਹਿੰਦੇ ਕੰਮ ਹੋ ਗਿਆ ਉਹਨਾਂ ਦਾ। ਉਹਨਾਂ ਦਾ ਸ਼ਬਦ ਹੈਗਾ ਫਿਰ ਜਿਹੜਾ ਹੈਗਾ, ਫਿਰ ਤਾਂ ਕਬੀਰ ਜੀ ਜਿਹੜੇ ਹੈਗੇ ਆ, ਦੇਖੋ ਕਿੰਨੇ ਜਿਹੜੇ ਹੈਗੇ ਕਬੀਰ ਜੀ ਕਿੱਥੇ ਤੱਕ ਪਹੁੰਚੇ ਆ। ਤੇ ਆਹ ਰਾਮਾਨੰਦ ਜੀ ਦਾ ਸ਼ਬਦ ਆਪਾਂ ਲਈਏ। ਹਾਂ, ਸੰਗਤ ਹੁਣੇ ਹੀ ਆਉਣ ਲੱਗੀ ਇਕੱਠੀ। ਰਾਮਾਨੰਦ ਜੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਪੰਗ ਰਹਾਓ। ਇੱਥੇ ਘਰ ਦੇ ਰਾਰੇ ਨੂੰ ਸਿਹਾਰੀ ਨਹੀਂ ਲੱਗੀ ਹੋਈ, ਘਰ ਦੇ ਵਿੱਚ ਰੰਗ ਲੱਗ ਗਿਆ। ਘਰ ਲਾਗੋ ਰੰਗ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰੇ ਘਰ ਨੂੰ ਹੀ ਰੰਗ ਲੱਗ ਗਿਆ ਭਾਈ। ਇਹ ਘਰ ਨੂੰ ਹੀ ਰੰਗ ਲੱਗ ਗਿਆ, ਪੂਰਾ ਘਰ ਹੀ ਜਿਹੜਾ ਹੈਗਾ ਸੋਹਣਾ ਬਣ ਗਿਆ। ਮੇਰਾ ਚਿੱਤ ਨਾ ਚੱਲੇ, ਹੁਣ ਜਿਹੜਾ ਹੈਗਾ ਮੇਰਾ ਚਿੱਤ ਚੱਲਦਾ ਹੀ ਨਹੀਂ, ਕੋਈ ਵਿਚਾਰ ਆਉਂਦਾ ਹੀ ਨਹੀਂ ਹੈ ਡਿਸਪਲੇ ਦੇ ਉੱਤੇ। ਤੇ ਵਿਚਾਰ ਨਹੀਂ ਆਉਂਦਾ ਤੇ ਫਿਰ ਮਨ ਨਹੀਂ ਦੌੜਦਾ। ਮਨ ਨੇ ਦੌੜਨਾ ਹੈ, ਮਨ ਨੂੰ ਦੌੜਾਉਣ ਵਾਲਾ ਤਾਂ ਵਿਚਾਰ ਹੀ ਹੈਗਾ ਭਾਈ। ਵਿਚਾਰ ਹੈ ਨਹੀਂ ਤੇ ਮਨ ਭੰਗ ਹੋ ਗਿਆ। ਮਨ ਦੀਆਂ ਅੱਖਾਂ ਜਿਹੜੀਆਂ ਹੈਗੀਆਂ ਇਹ ਵਿਚਾਰ ਹੀ ਜਾਂਦੇ ਆ, ਵਿਚਾਰ ਲੈ ਕੇ ਜਾਂਦੇ ਆ ਸੁਰਤ ਨੂੰ। ਮਨ ਕੋਲ ਸੁਰਤ ਆ, ਵਿਚਾਰਾਂ ਦੇ ਵਿੱਚ ਜਾਂਦੀ ਹੈ। ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ ਰਹਾਓ, ਇੱਕ ਦਿਵਸ ਮਨ ਪਈ ਉਮੰਗ। ਆਪਣਾ ਪਹਿਲਾਂ ਦੱਸ ਰਹੇ ਆ ਰਾਮਾਨੰਦ ਜੀ, ਇਹ ਸਾਰੀ ਚੇਂਜ ਕਿਵੇਂ ਹੋ ਗਈ, ਕਿਵੇਂ ਮੇਰਾ ਜਿਹੜਾ ਹੈਗਾ ਮੇਰੇ ਘਰ ਨੂੰ ਰੰਗ ਲੱਗ ਗਿਆ, ਕਿਵੇਂ ਮੇਰੇ ਵਿਚਾਰ ਜਿਹੜੇ ਹੈਗੇ ਬੰਦ ਹੋ ਗਏ, ਕਿਵੇਂ ਮੇਰਾ ਮਨ ਜਿਹੜਾ ਹੈਗਾ ਉਹ ਪੰਗੂ ਹੋ ਗਿਆ। ਇੱਕ ਦਿਵਸ ਮਨ ਪਾਈ ਉਮੰਗ, ਕਹਿੰਦੇ ਇੱਕ ਦਿਨ ਮੇਰੇ ਮਨ 'ਚ ਵੀ ਬੜੀ ਉਮੰਗ ਹੋਈ। ਕਸ ਚੰਦਨ ਚੋਆ ਬਹੁਤ ਸੁਗੰਧ, ਮੈਂ ਚੰਦਨ ਜਿਹੜਾ ਘਸਾ ਕੇ ਲੈ ਲਿਆ, ਕੁਮਕੁਮ ਪਾ ਕੇ, ਤੇ ਨਾਲ ਜਿਹੜਾ ਹੋਰ ਸੈਂਟ ਸੁੰਟ ਲੈ ਲਿਆ ਚੋਆ, ਤੇ ਬੜੀ ਸੁਗੰਧ ਵਾਲਾ ਸੈਂਟ ਲਿਆ ਸਾਰਾ। ਅਗਰਬੱਤੀ ਧੂਪ ਬੱਤੀ ਸਾਰੀਆਂ ਲੈ ਲਈਆਂ। ਪੂਜਨ ਚਾਲੀ ਬ੍ਰਹਮ ਠਾਏ, ਮੈਂ ਵੀ ਤੁਰ ਪਈ ਭਾਈ। ਉਹ ਬ੍ਰਹਮ ਜਿੱਥੇ ਹੈ ਮੰਦਰ ਦੇ ਵਿੱਚ ਜਿਹੜਾ ਹੈਗਾ ਬ੍ਰਹਮ ਦੀ ਜਗ੍ਹਾ ਕਹਿੰਦੇ, ਜਿੱਥੇ ਮੂਰਤੀ ਸੀਗੀ ਉੱਥੇ ਮੈਂ ਚੱਲੀ ਪਈ, ਮੈਂ ਵੀ ਚੱਲ ਪਿਆ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਮੇਰੇ ਗੁਰੂ ਨੇ ਕਿਹਾ ਕਿੱਧਰ ਭਾਈ, ਕਿੱਧਰ ਦਾ ਟੂਰ ਕੱਢ ਰਹੇ ਆ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਕਹਿੰਦੇ ਉਹ ਤਾਂ ਤੇਰੇ ਅੰਦਰ ਹੀ ਆ ਪਿਆਰਿਆ, ਮਨ ਦੇ ਵਿੱਚ ਵੜ, ਇਹ ਮਨ ਪਤੰਦਰ ਨੂੰ ਚੁੱਪ ਕਰਾ। ਇੱਕ ਦਿਵਸ ਮਨ ਪਈ ਉਮੰਗ, ਕਸ ਚੰਦਨ ਚੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਜਹਾਂ ਜਾਈਏ ਤਹ ਜਲ ਪਖਾਨ, ਕਹਿੰਦੇ ਮੈਂ ਦੇਖਿਆ ਤੇ ਜਿੱਥੇ ਵੀ ਜਾਈਏ ਉੱਥੇ ਕਹਿੰਦੇ ਆ ਪਾਣੀ ਤੇ ਇਮਾਰਤ, ਮੰਦਰ, ਜਲ ਤੇ ਪੱਥਰ,
जहाँ जाइए तहाँ जल पखान, पखान मतलब पत्थर। तू पूर रहे हो है सब समान, और तू तो हर जगह ते बराबर है गए, हरेक जगह ते है गए तू तो। वेद पुराण सब देखे जोए, मैं चंगी तरह कोख कोख के ज्ञान देख लिया पाई। ब्रह्म ज्ञानियों का ज्ञान कोख कोख के देख लिया। वहाँ तो जाइए जो यहाँ ना होए। वो तो कहते मालिक परमात्मा का तेरे अंदर भी हैगा भाई, हर जगह ते हैगा। कहते उत्थे तो तां जावां जे इत्थे ना होए, जे मेरे अंदर ना होए मालिक परमात्मा। मैं तो चंगी तरह सारा ज्ञान कोख के देख लिया। कहते सब तो पर ये जिहड़ा हैगा इहदा स्टार्टिंग जिहड़ी होई आ, ये मैनू जिहड़ा हैगा मेरे गुरु ने जिहड़ा हैगा मैनू मत दित्ती। सतगुर मैं बलिहारी तोर, हे गुरु हे ब्रह्म ज्ञानियों, मैं तुहाडे तो बलिहारी हैगा, जिन्हें सकल विकल भ्रम काटे मोर। जिन्हां ने की कीता, मेरे सारे दे सारे मैनू जिहड़े हैगे आ व्याकुल करन वाले, मैनू दुखी करन वाले माया दे भ्रम, जो माया ने, जो मालक ने गेम पाई सीगी, भटकना पाई सीगी, काम क्रोध लोभ मोह अहंकार, सारा चोगा मच्छी दे वास्ते कंडे च, कहते सारा दा सारा कट दिता। सतगुर मैं बलिहारी तोर, जिन्हें सकल विकल भ्रम काटे मोर। रामानंद स्वामी रमत ब्रह्म, कहते हुण तां भाई मैं तां उस स्वामी, उस मालक परमात्मा दे जिहड़ा रमिया होया सारी जगह ते, वो ब्रह्म मालक पर ब्रह्म दे विच वो मालक परमात्मा जर्रे जर्रे दे विच हैगा, ब्रह्म दे मालक परमात्मा। कहते मैं तां हुण उहदे विच रम गया। गुर का शब्द काटे कोट करम। ये गुरु का शब्द है भाई। गुरु का शब्द की है? परमात्मा का हुक्म, वो मालक दे हुक्म दे विच चलना। गुरु का शब्द नाम, नाम की हैगा? नाम हैगा वो मालक परमात्मा का साथ, मालक परमात्मा की प्रैजेंस। बस ये आप अखर जिहड़े हैगे वाहिगुरु हरि ओम अल्लाह, ये अखर की हैगे? ये जिहड़े हैगे ये उस मालक परमात्मा नूं याद कराउंदे आ। अपने अंदर मालक आ, आपां नूं उहदे नेड़े बिठाउंदे आ। गुर का शब्द काटै कोट करम। करोड़ां करम जिहड़े हैगे ये जे मालक नूं आपां मालक दी संगत करिए ते करोड़ां करम जिहड़े हैगे अपने घट जांदे आ। रामानंद जी घर पहला एक ओंकार सतगुर प्रसाद बसंत राग दे विच रामानंद जी। हाँ जी, नहीं कोई नहीं, एक सेकंड जी देखो। हाँ जी हुण ठीक है आवाज़ जी? हाँ जी हाँ जी हाँ जी। वाहिगुरू जी का खालसा, वाहिगुरू जी की फतेह। राम प्रकाश जी आप चल रही सी विचार दे विच आ। कत जाइए रे कर लागो रंग, मेरा चित्त ना चला मन पयो पंग। कहते कित्थे जावां मैं, कित्थे जावां मैं, मेरे घर नूं ही रंग लग गया भाई। इस शरीर दे अंदर ही वो मालक परमात्मा दा रंग जिहड़ा हैगा, मेरा मन जिहड़ा हैगा, मेरियां ज्ञान इंद्रियां जिहड़ियां हैगियां, मेरियां कर्म इंद्रियां, ये रंगियां गईयां उस मालक परमात्मा दे प्रेम दे रंग दे विच। रंग की हैगा? किहड़ा रंग चढ़ गया? कहते प्रेम दा रंग चढ़ गया। कत जाइए रे कर लागो रंग, मेरा चित्त ना चलै मन पयो पंग। रहाओ मेरा चित्त नहीं चलदा हुण, एक भी विचार नहीं आउंदा मेरे चित्त दे विच। मेरा चित्त मेरे कंट्रोल च आ। मेरा मन जिहड़ा हैगा वो पंग हो गया, पिंगला हो गया जिहड़ा हैगा। हुण मन जिहड़ा हैगा नहीं भजदा बाहर, हुण मन टिक गया। रहाओ। हाँ जी वीर जी।
ਬਾਣੀ ਵਿੱਚ ਇਹਨਾਂ ਦਾ ਜ਼ਿਕਰ ਕਰਦੇ। ਇਹਨਾਂ ਨੂੰ ਆ ਕੀ ਹੋ ਗਿਆ ਜੀ? ਤੁਹਾਡੀ ਆਵਾਜ਼ ਜਿਹੜੀ ਹੈਗੀ, ਆਵਾਜ਼ ਖਰਾਬ ਹੋ ਗਈ ਜੀ ਤੁਹਾਡੀ। ਸਾਰਿਆਂ ਨੂੰ ਆਵਾਜ਼ ਖਰਾਬ ਆ ਰਹੀ ਹੈ ਜੀ। ये स्लो हो गई आवाज, सारे नु आवाज साध संगत जी आवाज सारे नु खराब हो गई। एक सेकंड जी मैं दोबारा हो एक सेकंड जी। ये तो पता नहीं आवाज पूरी दी पूरी हेलो हाँ जी ठीक है ओके। आवाज खराब हो गई सी जी बिल्कुल। ये स्लो रिकॉर्डिंग होने लग पई सी। ਹੁਣ ਠੀਕ ਹੋ ਗਈ। हाँ जी हाई स्पीड नहीं स्लो स्पीड। राम प्रकाश जी हाँ ठीक है अच्छा साध संगत जी फिर विचार आई सी रामानंद दी बाणी ਜਿਹੜੀ ਹੈਗੀ ਹੈ ਨਾ ਬਾਣੀ ਉਹਨਾਂ ਦਾ ਮੈਂ ਇੱਕੋ ਹੀ ਸ਼ਲੋਕ ਹੈਗਾ ਬਾਣੀ ਦੇ ਵਿੱਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਨਿਜਰ ਸਾਹਿਬ। ਹਾਂਜੀ ਇੱਕੋ ਹੀ ਸ਼ਬਦ ਹੈਗਾ। ਹਾਂਜੀ ਇੱਕੋ ਸ਼ਬਦ ਹੈਗਾ। ਕਹਿੰਦੇ ਕਦੇ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਕਿੱਥੇ ਜਾਈਏ ਕਿਉਂ ਜਾਈਏ ਜਾਣ ਦਾ ਕਾਰਨ ਹੁੰਦਾ ਹੈ ਕਿ ਉਹ ਜਿੰਨਾ ਚਿਰ ਪ੍ਰਾਪਤ ਨਹੀਂ ਹੋਇਆ ਇਨਸਾਨ ਦੀ ਯਾਤਰਾ ਚੱਲੀ ਜਾਂਦੀ ਹੈ। ਹੁਣ ਤੁਸੀਂ ਇੱਕ ਚੀਜ਼ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਉਹ ਜਿੰਨਾ ਚਿਰ ਤੱਕ ਮਿਲੀ ਨਹੀਂ ਆ ਤੁਸੀਂ ਉਧਰ ਗਤੀ ਕਰਦੇ ਹੋ। ਹੁਣ ਜਦੋਂ ਚੀਜ਼ ਮਿਲ ਗਈ ਉਹ ਤੁਹਾਡੀ ਹੋ ਗਈ ਫਿਰ ਗਤੀ ਬੰਦ ਹੋਣੀ ਬਹੁਤ ਜ਼ਰੂਰੀ ਹੈ। ਤੇ ਜੇ ਹਜੇ ਵੀ ਗਤੀ ਚੱਲ ਰਹੀ ਹੈ ਤੇ ਇਹਦਾ ਮਤਲਬ ਹੈ ਜੇ ਚੀਜ਼ ਮਿਲੇ ਨਹੀਂ। ਠੀਕ ਹੈ ਸਿੰਪਲ ਜੀ ਗੱਲ। ਪਾਣੀ ਪੀ ਲਿਆ ਪਿਆਸ ਬੁਝ ਗਈ, ਨਹੀਂ ਪੀਤਾ ਤੇ ਪਿਆਸ ਹਜੇ ਨਹੀਂ ਬੁਝੀ। ਪਾਣੀ ਪੀਤਾ ਹੈ ਇਹਦੀ ਕੀ ਗਰੰਟੀ ਹੈ ਤੁਹਾਡੀ ਪਿਆਸ ਬੁਝਣੀ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਠੀਕ ਹੈ ਸਿੰਪਲ ਜੀ ਗੱਲ। ਉਹ ਇਹ ਕਹਿ ਰਹੇ ਨੇ ਕਿਤੇ ਜਾਈਏ ਰੇ ਘਰ ਲਾਗੋ ਰੰਗ। ਮੈਂ ਕਿੱਥੇ ਜਾਵਾਂ ਘਰੇ ਦੇ ਵਿੱਚ ਹੀ ਰੰਗ ਲੱਗ ਚੁੱਕਿਆ ਮੇਰੇ ਆਪਣੇ ਅੰਤਰਾਕਰਨ ਚ ਰੰਗ ਲੱਗ ਗਿਆ। ਰੰਗ ਲੱਗ ਗਿਆ ਮਤਲਬ ਕੀ ਹੋ ਗਿਆ ਪਿਆਰ ਪੈ ਗਿਆ ਕਿ ਹੁਣ ਹਾਂ ਮੇਰੇ ਅੰਦਰ ਜਿਹੜੀ ਆ ਤ੍ਰਿਸ਼ਨਾ ਦੀ ਜਿਹੜੀ ਅੱਗ ਉਹ ਬੁਝ ਗਈ। ਹੁਣ ਮੇਰੇ ਅੰਦਰ ਜਿਹੜੀ ਤ੍ਰਿਸ਼ਨਾ ਸੀ ਉਹ ਤ੍ਰਿਸ਼ਨਾ ਬੁਝ ਗਈ ਹੈ। ਵਿਰਾਗ ਪੈਦਾ ਹੋ ਗਿਆ। ਹੁਣ ਵਿਰਾਗ ਪੈਦਾ ਹੋ ਗਿਆ ਕਿੱਦਾਂ ਪਤਾ ਲੱਗੂ ਤੁਹਾਨੂੰ ਵਿਰਾਗ ਪੈਦਾ ਹੋ ਗਿਆ? ਵਿਰਾਗ ਦੀ ਕਸਵੱਟੀ ਹੈਗੀ ਬੜੀ ਔਖੀ। ਤੁਸੀਂ ਪ੍ਰਤੀਕਿਰਿਆ ਨਹੀਂ ਕਰੋਗੇ। ਪ੍ਰਤੀਕਿਰਿਆ ਜਦ ਸੋਚੋ ਮਹਾਤਮਾ ਬੁੱਧ ਵਾਲਾ ਕੰਮ ਹੋ ਗਿਆ। ਮੂੰਹ ਤੇ ਥੁੱਕ ਕੇ ਕੋਈ ਜਾਣਾ ਪ੍ਰਤੀਕਿਰਿਆ ਨਹੀਂ ਕੀਤੀ। ਨਿਜਰ ਸਾਹਿਬ ਅਭੀ ਔਖਾ ਸ਼ਬਦ ਜੇ ਪ੍ਰਤੀਕਿਰਿਆ ਹੈ। ਕਿਤੇ ਇਹ ਨਾ ਕਹਿ ਦਿਓ ਵਿਰਾਗ ਤੁਸੀਂ ਘਰ ਬਾਰ ਛੱਡ ਕੇ ਜੰਗਲ ਚ ਚਲ ਗਏ ਤੇ ਗੁਰਦੁਆਰੇ ਬਹਿ ਗਏ ਤੇ ਵਿਰਾਗ ਪੈਦਾ ਹੋ ਗਿਆ। ਵਿਰਾਗ ਦਾ ਮਤਲਬ ਇਹ ਕਿ ਤੁਹਾਡਾ ਅੰਤਰਾਕਰਨ ਗਤੀਹੀਨ ਹੋ ਚੁੱਕਿਆ। ਚਲੋ ਮਾਫ ਕਰ ਦਿੱਤਾ ਤੁਸੀਂ ਸਾਰੀ ਸੰਸਾਰ। ਹੁਣ ਕਿਰਿਆ ਨਹੀਂ ਹੁੰਦੀ। ਤੁਹਾਡੀ ਕੋਈ ਤਾਰੀਫ ਕਰੇ ਤੁਹਾਡੀ ਕੋਈ ਨਿੰਦਿਆ ਕਰੇ ਇਹ ਵੀ ਇਹਦੇ ਕਰਕੇ ਵੀ ਅੰਦਰ ਗਤੀ ਨਹੀਂ ਹੋਣੀ ਚਾਹੀਦੀ। ਇੱਕ ਸੈਲਫ ਹੈਗੀ ਜੇ ਇਹ ਦੋਨੋਂ ਸੈਲਫ ਆ। ਤੁਹਾਡਾ ਇੰਜਨ ਨਹੀਂ ਸਟਾਰਟ ਹੋਣਾ ਚਾਹੀਦਾ। ਜੇ ਇੰਜਨ ਸਟਾਰਟ ਹੋ ਗਿਆ ਵਿਚਾਰਾਂ ਦਾ ਤੇ ਹਜੇ ਮਤਲਬ ਕਿਰਿਆ ਹੈਗੀ ਅੰਦਰ। ਤੁਸੀਂ ਪ੍ਰਤੀਕਿਰਿਆ ਕਰ ਰਹੇ ਹੋ। ਸੈਲਫ ਵੱਜਦੀ ਹੈ ਮੋਟਰ ਚੱਲਦੀ ਹੈ। ਵਿਰਾਗ ਦਾ ਮਤਲਬ ਇਹੋ ਹੀ ਆ ਕਿ ਹੁਣ ਜਿਹੜੀ ਆ ਉਹ ਅੰਦਰ ਦੀ ਜਿਹੜੀ ਮਸ਼ੀਨ ਹੈ ਉਹ ਸਟਾਪ ਹੋ ਗਈ ਹੈ। ਠੀਕ ਹੈ ਵਿਚਾਰ ਮੰਡਲ ਚੋਂ ਜਦੋਂ ਆਪਾਂ ਅੱਗੇ ਲੰਘ ਜਾਂਦੇ ਹਾਂ
ਆਤਮਾ ਮੰਡਲ 'ਚ ਜਦੋਂ ਤੁਸੀਂ ਪਹੁੰਚ ਗਏ ਤੇ ਤੁਹਾਡੇ ਅੰਦਰ ਜਿਹੜੀ ਕਿਰਿਆ ਸਟਾਪ ਹੋ ਜਾਏਗੀ, ਗਰੰਟੀ ਸਟਾਪ ਹੋ ਜਾਏਗੀ, ਨਹੀਂ ਹੋਵੇਗੀ, ਕਿਉਂਕਿ ਚਿੱਤ ਦੇ ਵਿੱਚ ਲੀਕਾਂ ਨਹੀਂ ਪੈਂਦੀਆਂ ਹੁਣ, ਪਹਿਲਾਂ ਪੈਂਦੀਆਂ ਸੀ। ਉਹ ਕਹਿੰਦੇ ਕਤ ਜਾਈਏ ਰੇ ਘਰ ਲਾਗੋ ਲੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਆ ਚੀਜ਼ ਉਹੀ ਮੈਂ ਸਮਝਾ ਰਿਹਾ ਤੁਹਾਨੂੰ। ਰਾਮਾਨੰਦ ਜੀ ਨੇ ਥੋੜੀ ਜਿਹੀ ਬਰੀਕੀ 'ਚ ਗੱਲ ਸਮਝਾਈ ਹੈ, ਕਿਉਂਕਿ ਬਾਣੀ ਨੂੰ ਲਿਖਿਆ ਜਾਂਦਾ ਕੁਝ ਛੋਟੇ ਸ਼ਬਦਾਂ 'ਚ, ਲਿਮਟਿਡ ਅੱਖਰਾਂ ਦੀ ਵਰਤੋਂ ਕਰਦੇ ਆ। ਮਤਲਬ ਉਹਨਾਂ ਦਾ ਇਹੋ ਹੀ ਆ, ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਚਿੱਤ ਨਹੀਂ ਚੱਲਦਾ, ਲੋਕੀ ਸੈਲਫਾਂ ਮਾਰ ਰਹੇ ਨੇ, ਕੋਈ ਤੁਹਾਡੀ ਤਾਰੀਫ ਕਰੇ, ਕੋਈ ਤੁਹਾਡੀ ਨਿੰਦਿਆ ਕਰੇ, ਚਿੱਤ ਨਾ ਚੱਲੇ, ਮਨ ਅਪੰਗ ਬੈਠਾ ਰਵੇ। ਪਰ ਸਾਡਾ ਮਨ ਤੇ ਅਪੰਗ ਨਹੀਂ ਨਾ ਹੋ ਰਿਹਾ ਹੈ, ਉਹ ਐਕਟ ਕਰਦਾ ਅੱਗੋਂ ਅੰਦਰ। ਤੁਸੀਂ ਵੇਖ ਲਓ, ਤੁਹਾਡੇ ਲਾਗੇ ਕਿਸੇ ਨੇ ਆ ਜਾਣਾ, ਜਦੋਂ ਨੇ ਸੈਲਫ ਮਾਰਨ ਦੀ ਕੋਸ਼ਿਸ਼ ਕੀਤੀ, ਤੁਹਾਡੀ ਤਾਰੀਫ ਕੀਤੀ ਜਾਂ ਤੁਹਾਡੀ ਨਿੰਦਿਆ ਕੀਤੀ, ਵੇਖੋ ਤੁਹਾਡਾ ਚਿੱਤ ਚੱਲਦਾ ਕਿ ਨਹੀਂ ਚੱਲਦਾ, ਤੁਹਾਡਾ ਮਨ ਅਪੰਗ ਰਹੂਗਾ। ਜੇ ਮੇਰਾ ਵੀ ਮਨ ਅਪੰਗ ਰਹਿ ਰਿਹਾ ਤੇ ਇਹਦਾ ਮਤਲਬ ਕਿ ਹੁਣ ਕੁਛ ਪ੍ਰਾਪਤੀ ਹੋ ਰਹੀ ਹੈ। ਰਾਮਾਨੰਦ ਜੀ ਦੀ ਜਿਹੜੀ ਸਟੇਜ ਹੈਗੀ ਉਹਦੇ ਲਾਗੇ ਆਪਾਂ ਜਾ ਰਹੇ ਹਾਂ। ਨਿੱਜਾ ਸਾਹਿਬ, ਮੈਂ ਇਹੋ ਕਹਿਣਾ ਚਾਹੁੰਦਾ, ਬਾਣੀ ਜੋ ਕਹਿ ਰਹੀ ਹੈ ਕਿ ਕੁਛ ਮੈਂ ਗਲਤ ਕਹਿ ਰਿਹਾ? ਨਹੀਂ, ਬਿਲਕੁਲ ਸਹੀ ਆ ਜੀ, ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਸਟੇਜ ਔਖੀ ਆ, ਪਰ ਜਿਹੜਾ ਹੈਗਾ ਆਪਾਂ ਲੱਗੇ ਰਹੀਏ ਭਾਈ, ਡਿੱਗ ਕੇ ਫਿਰ ਕੱਪੜੇ ਨਾ ਝਾੜੀਏ, ਫਿਰ ਉੱਠ ਜਾਈਏ। ਇਹ ਭਗਤੀ ਦਾ ਮਤਲਬ ਵੀ ਇਹੋ ਹੀ ਆ। ਇਹ ਵੈਸੇ ਵੀ ਧਿਆਨ ਸਿਮਰਨ ਅਭਿਆਸ, ਅਭਿਆਸ ਦਾ ਮਤਲਬ ਬਾਰ-ਬਾਰ ਕੋਈ ਵੀ ਚੀਜ਼ ਔਖੀ ਹੈ, ਕਿੱਥੋਂ ਸਿੱਖਾਂਗੇ? ਕੀ ਪ੍ਰੈਕਟਿਸ। ਛੋਟਾ ਬੱਚਾ ਡਿੱਗਦਾ ਹੈ, ਫਿਰ ਦੰਦ ਇਹ ਕੱਢਦਾ, ਨਿੱਕੇ ਨਿੱਕੇ ਜਿਹੇ ਦੰਦ, ਇਹ ਨਹੀਂ ਹੌਸਲਾ ਤੋੜ ਕੇ ਬਹਿ ਜਾਂਦਾ ਕਿ ਮੈਂ ਉੱਠਣਾ ਨਹੀਂ ਆ, ਫਿਰ ਉੱਠਦਾ, ਫਿਰ ਡਿੱਗਦਾ, ਫਿਰ ਉੱਠਦਾ। ਉਹ ਜਿੰਨੀ ਵਾਰੀ ਡਿੱਗਦਾ ਹੈ ਉਨੀ ਵਾਰ ਉਹਦਾ ਹੌਸਲਾ ਬਿਲਡ ਹੁੰਦਾ ਹੈ, ਉਹਨਾਂ ਉਹ ਸਟਰੋਂਗ ਹੋ ਕੇ ਆਉਂਦਾ। ਦੇਖੋਗੇ ਛੋਟੇ ਬੱਚੇ ਨੂੰ, ਤੇ ਇਹ ਮਤਲਬ ਅਸੀਂ ਵੀ ਛੋਟੇ ਜਿਹੇ ਬੱਚੇ ਹੈਗੇ ਆ, ਅਸੀਂ ਵੀ ਟਰਾਈ ਕਰਾਂਗੇ। ਠੀਕ ਹੈ, ਕੰਟੀਨਿਊ ਟਰਾਈ ਕਰਾਂਗੇ। ਬਿਲਕੁਲ ਠੀਕ ਹੈ। ਮੌਖਾ ਕੰਮ ਨਹੀਂ ਹੈਗਾ। ਤੁਸੀਂ ਭਗਤੀ ਕਰੋਗੇ ਤੇ ਇਹ ਵੈਰੀ ਸਿੰਪਲ ਹੈ, ਇਹ ਬਾਈ ਪ੍ਰੋਡਕਟ ਆ, ਤੁਸੀਂ ਲਿਆ ਨਹੀਂ ਸਕਦੇ। ਇੱਕ ਚੀਜ਼ ਫਿਰ ਮੇਰੇ ਵੱਲੋਂ ਪਲੀਜ਼ ਇਹ ਚੀਜ਼ ਨੂੰ ਪੱਕਾ 1000 ਵਾਰੀ, ਲੱਖ ਵਾਰੀ ਲਿਖਵਾ ਲਓ, ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਇਟ ਇਜ਼ ਜਸਟ ਬਾਈ ਪ੍ਰੋਡਕਟ। ਫੁੱਲ ਲੱਗਾ, ਉਹਨੂੰ ਫਲ ਲੱਗ ਗਿਆ, ਆਪਣੇ ਆਪ। ਤੁਸੀਂ ਭਗਤੀ ਕਰਨੀ ਹੈ ਬਸ, ਬਾਕੀ ਆਪਣੇ ਆਪ ਹੋਣਾ। ਕਿਉਂਕਿ ਆਤਮਾ ਦੀ ਸ਼ਕਤੀ ਹੈ। ਜਦੋਂ ਤੁਸੀਂ ਨਿਰਵਿਚਾਰ ਕੇ ਆਤਮਾ ਦੇ ਸੰਪਰਕ ਚ ਆਏ, ਆਟੋਮੈਟਿਕਲੀ ਤੁਹਾਡੇ ਅੰਦਰ ਇਹ ਚੀਜ਼ ਪੈਦਾ ਹੋਣੀ। ਹੁਣ ਕੀ ਤੁਹਾਡੇ ਚਿੱਤ ਚ ਕੋਈ ਹਿੰਦੂ, ਕੋਈ ਮੁਸਲਿਮ, ਕੋਈ ਸਿੱਖ, ਕੋਈ ਈਸਾਈ, ਉਹਨਾਂ ਦੇ ਪ੍ਰਤੀ ਤੁਹਾਡੇ ਅੰਦਰ ਹੀਨ ਭਾਵਨਾ ਨਹੀਂ ਹੋਵੇਗੀ। ਕਿਉਂਕਿ ਇਹ ਸਾਰੇ ਜਿਹੜੇ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਚ ਬੈਠੇ ਨੇ ਨਾ, ਆਪਣੇ ਗੁਰੂ, ਇਹ ਸਾਰੇ ਉੱਥੇ ਬੈਠੇ ਨੇ। ਉਹ ਜੇ ਸਮੇਂ ਚ ਲੰਘੇ, ਵੇਖੋ ਉੱਥੋਂ ਦੇ ਕਿੱਦਾਂ ਦੇ ਹਾਲਾਤ ਸਨ, ਤੁਹਾਨੂੰ ਵੀ ਪਤਾ ਹੈ ਨਾ। ਬਿਲਕੁਲ। ਕੁਛ ਮੁਸਲਮਾਨਾਂ ਦਾ ਜ਼ੋਰ ਵੀ ਸੀ, ਪੂਰਾ ਚੱਲ ਰਹੇ ਸੀ, ਪਰ ਉਹਨਾਂ ਦੀ ਬ੍ਰਹਮ ਦ੍ਰਿਸ਼ਟੀ ਵੇਖ ਲਓ, ਉਹਨਾਂ ਨੇ ਬਾਣੀ ਉਹਨਾਂ ਦੀ ਲਿਖੀ ਸਾਰਿਆਂ ਦੀ। ਬਿਲਕੁਲ ਨਿੱਜਾ ਸਾਹਿਬ, ਬਿਲਕੁਲ। ਆਪਾਂ ਤੇ ਸਾਰੀ ਕੌਮ ਨੂੰ ਤੋਲ ਦਿੰਦੇ ਆ ਨਾ ਕਿ ਮਾੜੇ ਆ, ਉਹ ਤਾਂ ਸੋਚਦੇ ਸਾਡੇ ਵਾਂਗੂ। ਬਿਲਕੁਲ, ਵੱਡੀ ਸਿਰ ਉਹਨਾਂ ਦੀ ਦ੍ਰਿਸ਼ਟੀ ਬਹੁਤ ਵੱਡੀ ਹੈ, ਕਿੱਥੋਂ ਕਿੱਥੋਂ ਲੱਭ ਕੇ ਲਿਖਿਆ ਉਹਨਾਂ ਦੇ ਸਾਰਿਆਂ ਦਾ ਬਾਣੀ। ਠੀਕ ਹੈ। ਹੁਣ ਇੱਥੇ ਫਿਰ ਵਾਪਸ ਆਉਂਦੇ ਬਾਣੀ ਤੋਂ, ਕਹਿੰਦੇ ਆ ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਹੁਣ ਮੇਰੇ ਚਿੱਤ ਦੇ ਵਿੱਚ ਕੋਈ ਤਲੰਗ ਨਹੀਂ ਪੈਦਾ ਹੋ ਰਹੀ। ਲੋਕੀ ਪੱਥਰ ਸੁੱਟਦੇ ਨੇ, ਇਹ ਨਹੀਂ ਕਿ ਪੱਥਰ ਬੰਦ ਹੋ ਜਾਣੇ ਆ। ਪੱਥਰ ਤੇ ਸੰਸਾਰ ਦਾ ਸੁਭਾਅ ਹੈ, ਕਿਉਂਕਿ ਕਸਵੱਟੀ ਹੈਗੀ ਹੈ। ਇਹ ਤੇ ਜਿਹੜਾ ਵੀ ਪ੍ਰਕਿਰਤੀ ਚ ਆ ਗਿਆ, ਉਹ ਦੁੱਖ ਸੁੱਖ ਤੇ ਤੁਹਾਡੇ ਚਿੱਤ ਚ ਆਉਣੇ ਆ, ਕਿਉਂਕਿ ਪ੍ਰਕਿਰਤੀ ਦੇ ਵਿੱਚ ਹੈਗੇ ਨੇ, ਉਹ ਪ੍ਰਕਿਰਤੀ ਦਾ ਰੂਪ ਹੈ। ਪਰ ਜਦੋਂ ਤੁਹਾਡਾ ਆਤਮਕਰਨ ਸ਼ੁੱਧ ਹੋ ਗਿਆ, ਆਤਮਾ ਨਾਲ ਸੰਪਰਕ ਜੁੜ ਗਿਆ, ਫਿਰ ਇਹ ਪੱਥਰ ਕੀ ਕਰਨਗੇ? ਸਾਡੇ ਅੰਤਰਾਕਰਨ ਚ ਹਲਚਲ ਨਹੀਂ ਪੈਦਾ ਕਰਨਗੇ। ਇਹ ਬਹੁਤ ਪੱਕੀ ਗੱਲ ਹੈ, ਗਰੰਟੀ ਹੈ। ਹੁਣ ਅਗਲੇ ਬੰਨੇ ਕਹਿੰਦੇ ਇੱਕ ਦਿਵਸ ਮਨ ਭਇਓ ਉਮੰਗ, ਘਸ ਚੰਦਨ ਚੂਆ, ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ। ਤੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਈ। ਕਹਿੰਦਾ ਮੈਂ ਤਿਆਰ ਹੋ ਗਿਆ, ਉੱਥੇ ਗਿਆ, ਮੈਂ ਸਾਰਾ ਜੋ ਪੂਜਾ ਦੀ ਸਮੱਗਰੀ ਮੈਂ ਲੈ ਲਈ, ਤੇ ਮੇਰੇ ਮਨ ਦੇ ਅੰਦਰ ਤੇ ਇਹੋ ਹੀ ਸੀ ਕਿ ਭਗਵਾਨ ਬਾਹਰ ਹੈ। ਕਿਉਂਕਿ ਲੋਕੀ ਕਹਿੰਦੇ ਸੀ ਕਿ ਜਿੱਥੇ ਤੂੰ ਹੈਗਾ ਉੱਥੇ ਨਹੀਂ ਹੈਗਾ, ਕਿਤੇ ਹੋ ਰਿਹਾ।
ਮਨ ਦੇ ਅੰਦਰ ਇੱਕ ਦੇਖੋ, ਅੱਜ ਤੱਕ ਤੁਸੀਂ ਜਿੱਥੇ ਵੀ ਲੋਕਾਂ ਨੂੰ ਪੜ੍ਹੋਗੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦੂਜੇ ਲੋਕਾਂ ਦੀਆਂ ਗੱਲਾਂ ਸੁਣੋਗੇ, ਸਾਰੇ ਤੁਹਾਨੂੰ ਇਹ ਕਹਿਣਗੇ ਕਿ ਕਿਤੇ ਪ੍ਰਮਾਤਮਾ ਕਿਸੇ ਜਗ੍ਹਾ ਤੇ ਹੈਗਾ ਹੈ, ਪਰ ਤੁਸੀਂ ਉਹਦੇ ਲਾਗੇ ਨਹੀਂ ਹੈਗੇ। ਤੁਸੀਂ ਦੂਰ ਜੋ, ਪ੍ਰਮਾਤਮਾ ਕਿਤੇ ਹੋ ਰਿਹਾ, ਤੁਹਾਨੂੰ ਉੱਥੇ ਜਾਣਾ ਪਊ। ਪਰ ਆ ਜਿੰਨੀ ਵੀ ਬਾਣੀ ਆ ਬ੍ਰਹਮ ਗਿਆਨੀ ਦੀ, ਉਹ ਕਹਿੰਦੇ ਜਿੱਥੇ ਤੂੰ ਖਲੋਤਾ ਪ੍ਰਮਾਤਮਾ ਉੱਥੇ ਹੀ। ਜਿੱਥੇ ਪ੍ਰਮਾਤਮਾ ਚ ਕੋਈ ਭੇਦ ਨਹੀਂ। ਰਾਮ ਕਬੀਰਾ ਏਕ ਭੈ ਤੇ ਕੋਈ ਨਾ ਸਕੇ ਪਛਾਣੀ। ਕਹਿੰਦੇ ਇੱਕ ਆ ਤੂੰ, ਤੇਰੇ ਚ ਤੇ ਬ੍ਰਹਮ ਚ ਕੋਈ ਭੇਦ ਨਹੀਂ ਆ, ਨਾ ਹੀ ਤੇਰੇ ਅਤੇ ਬ੍ਰਹਮ ਦੇ ਵਿੱਚ ਕੋਈ ਗੈਪ ਹੈਗਾ। ਪਰ ਇਹ ਸਾਰੇ ਕਹਿੰਦੇ ਆ ਕਿ ਨਹੀਂ, ਬ੍ਰਹਮ ਬਹੁਤ ਦੂਰ ਆ, ਤੁਹਾਨੂੰ ਮਿਲਾਵਾਂਗੇ। ਉੱਥੇ ਨਦੀਆਂ ਹੈਗੀਆਂ, ਪਤਾ ਨਹੀਂ ਕਿਹੜੀਆਂ ਕਿਹੜੀਆਂ ਨਦੀਆਂ ਬਣਾਈਆਂ ਇਹਨਾਂ ਨੇ ਅੱਗ ਉੱਗ ਦੀਆਂ, ਉਹਦੇ ਵਿੱਚ ਹੀ ਲੰਘਣਾ ਪਊ। ਕਿੰਨੇ ਸੂਰਜ ਚਾਹੀਦੇ ਆ, ਕਿੰਨਾ ਸੂਰਜ ਦਾ ਪ੍ਰਕਾਸ਼, ਜਿੱਥੋਂ ਆਤਮਾ ਨੂੰ ਤੁਹਾਡਾ ਪਤਾ ਨਹੀਂ ਕਿਹੜਾ ਸਤਿਗੁਰੂ ਕੱਢ ਕੇ ਖੜੂਗਾ। ਜਿੱਦਾਂ ਇੱਥੇ ਆਪਾਂ ਨਹਿਰ ਤੋਂ ਪਾਣੀ ਕਿ ਇਹਨੂੰ ਬੰਦੇ ਨੂੰ ਲਗਾ ਦੇਈਦਾ, ਉਦਾਂ ਦਾ ਸਿਸਟਮ ਬਣਾ ਕੇ ਬੈਠੇ ਨੇ ਸਾਰੇ। ਲੋਕਾਂ ਨੂੰ ਡਰਾਉਂਦੇ ਨੇ ਤੇ ਲੋਕੀ ਵਿਚਾਰੇ ਡਰ ਜਾਂਦੇ ਆ ਕਿ ਬਾਬਾ ਜੀ ਫੜੋ ਸਾਡਾ ਬੇੜਾ ਨਾਰ ਪਾਰ ਲਾਓ, ਸਾਡਾ ਲਿਆਓ ਪੈਸੇ ਲੈ ਲਓ, 10,000 50,000 ਲੱਖ 1.5 ਲੱਖ। ਉਹ ਬਾਬਾ ਜੀ ਕਹਿੰਦੇ ਲਿਆਓ ਇੱਧਰ ਗਫਾ, ਕੰਮ ਬਣ ਗਿਆ। ਇਹ ਤੁਹਾਡੇ ਅੰਦਰ ਸੂਖਮ ਡਰ ਪਾ ਦਿੰਦੇ ਆ। ਇਹ ਲੋਕ ਜਿੰਨੇ ਵੀ ਸਾਰੇ ਉੱਥੇ ਬੈਠੇ ਨੇ, ਕੇਵਲ ਇਸ ਲਈ ਬੈਠੇ ਨੇ ਕਿਉਂਕਿ ਮੌਤ ਦਾ ਡਰ ਪਾ ਦਿੱਤਾ ਕਿ ਉੱਥੇ ਪਤਾ ਨਹੀਂ ਕਿਹੜੀ ਨਦੀ ਦੇ ਵਿੱਚੋਂ ਲੰਘਣਾ ਪਊਗਾ। ਜੇਕਰ ਸਤਿਗੁਰੂ ਤੁਹਾਡੇ ਨਾਲ ਨਾ ਹੋਇਆ ਤੇ ਤੁਸੀਂ ਸਾਰਿਆਂ ਤੇ ਡੁੱਬ ਜਾਣਾ। ਤੇ ਪਾਣੀ ਦੀਆਂ ਤੁਕਾਂ ਚੋਰੀ ਕਰ ਲੈਂਦੇ ਨੇ ਇਹ ਲੋਕ, ਏਡੇ ਗੰਦੇ ਨੇ, ਇਹ ਬਾਣੀ ਦਾ ਇਸਤੇਮਾਲ ਕਰਦੇ। ਠੀਕ ਹੈ। ਫਿਰ ਉਹ ਕਹਿੰਦੇ ਆ ਪੂਜਨ ਚਾਲੀ ਬ੍ਰਹਮ ਠਾਏ, ਸੋ ਗੁਰੂ ਬਤਾਇਓ ਗੁਰ ਮਨ ਜੋ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਉਹ ਕਹਿੰਦੇ ਆ ਕਿ ਉਹ ਤੇ ਕਹਿੰਦੇ ਕਿ ਤੇਰੇ ਅੰਦਰ ਹੀ ਤੇ ਕਿੱਥੇ ਉਹਦੀ ਪੂਜਾ ਕਰਦਾ ਫਿਰਦਾ? ਬਾਹਰ ਨਹੀਂ ਹੈ, ਤੇਰੇ ਅੰਦਰ ਹੈ। ਕਹਿੰਦੇ ਜਹਾਂ ਜਾਏ ਤਹਾਂ ਜਲ ਪਖਾ, ਜਲ ਪੈਖਾਂ। ਪਾਣੀ ਤੇ ਪੱਥਰ, ਪਾਣੀ ਤੇ ਇਮਾਰਤ, ਪਾਣੀ ਤੇ ਮੰਦਰ, ਜਿੱਥੇ ਜਾਓ ਉੱਥੇ ਹੀ ਆਹੀ ਕੁਛ ਮਿਲਦਾ ਹੈ ਭਾਈ। ਜਿੱਥੇ ਵੀ ਮੰਦਰ ਮਸਜਿਦ ਜੋ ਵੀ ਹੈਗਾ, ਜ਼ਿਆਦਾਤਰ ਜਿਹੜੇ ਹੈਗੇ ਇਹ ਦਰਿਆ ਦੇ ਕੰਢੇ ਤੇ ਜਾਂ ਕਿਤੇ ਤਲਾਅ ਦੇ ਕੰਢੇ ਤੇ ਜਾਂ ਇਸ ਤਰ੍ਹਾਂ ਹੀ ਬਣੇ ਹੋਏ ਆ ਭਾਈ। ਨਿੱਜੇ ਸਭ ਹੈ ਵੀ ਸੱਚ ਹੈ ਗੱਲ ਆ। ਪੱਥਰ ਤੋਂ ਬਾਹਰ ਕੱਢ ਲਓ, ਪਾਣੀ ਬਾਹਰ ਕੱਢ ਲਓ, ਤੇ ਬਾਰਕੀ ਧਾਰਮਿਕ ਸਥਾਨ ਕਿੱਥੋਂ ਲਿਆਓਗੇ? ਨਹੀਂ ਹੈਗੇ। ਦੋ ਹੀ ਤੱਤਾਂ ਦੇ ਬਣੇ ਆ। ਹੈਂ? ਤੇ ਉਹ ਕਹਿੰਦੇ ਕਿ ਤੂੰ ਪੂਰ, ਅਗਲੀ ਤੁਕ ਬੋਲੋ, ਤੂੰ ਪੂਰ ਰਹਿ ਹੋਇਆ ਸਭ ਸਮਾਨ। ਪਰ ਤੂੰ ਤਾਂ ਹਰੇਕ ਜਗ੍ਹਾ ਤੇ ਹੈਗਾ ਆ। ਇਹ ਮੰਦਰਾਂ ਦੇ ਵਿੱਚ ਵੀ ਹੈਗਾ ਤੇ ਬਾਕੀ ਜਗ੍ਹਾ ਤੇ ਵੀ ਹੈਗਾ ਤੇ ਹਰੇਕ ਦੇ ਅੰਦਰ ਵੀ ਹੈਗਾ, ਸਮਾਨ ਰੂਪ ਚ ਹੈਗਾ। वेद पुराण सब देखे जोए, उहाँ तो जाइए जो यहाँ ना होए। कहते मैं सारे ज्ञान देख ले, कोख के पाई, उत्थे तां जाइए जे इत्थे ना होए। वो मालक परमात्मा तो हर जगह ते हैगा, मैं क्यों जावां? हाँ जी वीर जी, बिल्कुल सही। हुण आम लोकी वेखो ਜਿਹੜੇ ਅੰਮ੍ਰਿਤਸਰ ਵਾਲੇ ਨੇ ਉਹ ਕਦੇ ਹੋਰ ਤੁਰੇ ਫਿਰਦੇ ਨੇ, ਜਿਹੜੇ ਉਧਰ ਦੇ ਉਹ ਇੱਧਰ ਆਈ ਜਾਂਦੇ ਆ। ਇਹ ਸਭ ਇੱਕ ਬੰਦਾ ਰੇਸ ਚ ਲੱਗਾ ਹੈ। ਪਰ ਪਰਮਾਤਮਾ ਨੇ ਤੁਹਾਡੇ ਆਉਣ ਜਾਣ ਨਾਲ ਕੀ ਲੈਣਾ ਦੇਣਾ? ਜਿਹਨੇ ਪਰਮਾਤਮਾ ਨੂੰ ਇੱਥੇ ਨਹੀਂ ਪਛਾਣਿਆ, ਜਿਹਦੇ ਜੀਵਨ ਦੇ ਵਿੱਚ ਜਿਹੜੇ ਤੁਹਾਡੇ ਆਂਢ ਗੁਆਂਢ ਆ, ਜੇਕਰ ਤੁਹਾਡੇ ਅੰਦਰ, ਜੇਕਰ ਤੁਹਾਡੇ ਜੀਵਨ ਦਾ ਉਹਨਾਂ ਨੂੰ ਕੋਈ ਸੁਗੰਧ ਨਹੀਂ ਆਈ ਤੇ ਗੁਆਂਢੀਆਂ ਨੂੰ ਕਿੱਥੋਂ ਆਊਗੀ? ਰੱਬ ਨੂੰ ਕਿੱਥੋਂ ਆਊਗੀ? ਦੱਸੋ। ਰੱਬ ਨੂੰ ਤੇ ਸਟੂਪਿਡ ਸਮਝਿਆ, ਬੇਵਕੂਫ ਆ। ਜੇ ਮੇਰੇ ਜੀਵਨ ਤੋਂ ਮੇਰੇ ਜਿਹੜੇ 2-4 ਰਿਸ਼ਤੇ ਹੈਗੇ ਇਹ ਨਹੀਂ ਸੁੱਖ ਲੈ ਸਕੇ ਤੇ ਰੱਬ ਕੋ ਕਿੱਥੋਂ ਪਹੁੰਚੂਗਾ? ਮੇਰਾ ਸੁਣਾ ਪਹੁੰਚੂਗਾ ਨਿਜਾ ਸਾਹਿਬ? ਨਹੀਂ। ਉਹ ਕਿਹੜਾ ਰੱਬ ਹੋਊਗਾ ਜਿਹਨੂੰ ਫਿਰ ਸੁਣਾ ਪਹੁੰਚਦਾ ਹੋਊਗਾ? ਉਹ ਵੀ ਕਿਤੇ ਵਧੀਆ ਰੱਬ ਥੋੜੀ ਹੋਊਗਾ ਜਿਹੜਾ ਕਹੂਗਾ ਕਿ ਤੂੰ ਘਰ ਛੱਡ ਦੇ ਤੇ ਗੁਰਦੁਆਰੇ ਜਾ ਕੇ ਝਾੜੂ ਮਾਰਿਆ, ਮੰਦਿਰ ਚ ਮਾਰਿਆ, ਉੱਥੇ ਲੋਕਾਂ ਦੀਆਂ ਥੁੱਕਾਂ ਚੁੱਕ ਲੈ, ਲੋਕਾਂ ਦਾ ਇਲਾਜ ਕਰ, ਘਰਦਿਆਂ ਨੂੰ ਤੇ ਕਿਤੇ ਗੋਡੇ ਤੇ ਮਲਮ ਨਹੀਂ ਲਾਈ। ਕਿਹੋ ਜਿਹਾ ਰੱਬ ਹੋਊਗਾ ਦੱਸੋ ਮੈਨੂੰ? ਅਬ ਜਸਟ ਇਮੇਜਿਨ ਕਰੋ। ਪਰ ਲੋਕ ਇਹ ਚੀਜ਼ ਨੂੰ ਵਿਸ਼ਵਾਸ ਕਰਦੇ। ਤੁਸੀਂ ਵੇਖ ਲਓ ਕਿਸੇ ਵੀ ਬੰਦੇ ਦੇ ਘਰ, ਤੁਸੀਂ ਜਿਹੜਾ ਬੰਦਾ ਉੱਥੇ ਗੁਰਦੁਆਰੇ ਮੰਦਿਰ ਚ ਸੇਵਾ ਕਰਦਾ, ਉਹਨੂੰ ਫੜੋ, ਉਹਨੂੰ ਕਹੇ ਵੀਰੇ ਤੂੰ ਆਪਣੇ ਘਰ ਸੇਵਾ ਕਰਦਾ, ਦੱਸ ਮੈਨੂੰ, ਤੂੰ ਆਪਣੇ ਘਰੇ ਕਰੈਕਟਰ ਪੂਰਾ ਪਲੇ ਕਰ ਰਿਹਾ? 101% ਗੱਲ ਸੱਚੀ ਹੋਊਗੀ, ਉਹ ਬੰਦਾ ਨਹੀਂ ਕਰਦਾ ਹੋਊਗਾ। ਤੁਹਾਡੀ ਆਵਾਜ਼ ਆ ਰਹੀ ਹੈ ਕਰੇਜੀ ਜੀ, ਤੁਸੀਂ ਮਾਈਕ ਬੰਦ ਕਰ ਦਿਓ। ਅੱਛਾ ਠੀਕ ਕਰਤਾ। ਇੱਕ ਮਾਈਕ ਹੋਰ ਕਿਤੇ ਹੋਣ ਹੋ ਗਿਆ ਜੀ, ਮੈਂ ਦੇਖਦਾ ਜੀ। ਹੋਰ ਕੀ ਜੀ? ਨਾ ਕੋਈ ਨਹੀਂ
ਪਤਾ ਨਹੀਂ ਲੱਗ ਰਿਹਾ ਜੀ ਕਿਹੜਾ ਹੈਗਾ ਇਹ ਥੱਲੇ। ਮੈਂ ਦੇਖਦਾ ਕੋਈ ਨਜ਼ਰ ਤਾਂ ਆ ਨਹੀਂ ਰਿਹਾ ਜੀ ਗੁਰਕੀ ਜੀ। ਹਾਂਜੀ ਇਮਤਿਹਾਨ ਹੀ ਕੋਈ ਵੀ ਨਹੀਂ ਹੈ ਜੀ। ਹਾਂ ਕੋਈ ਵੀ ਨਹੀਂ ਦੇਖਿਆ, ਕੋਈ ਵੀ ਨਹੀਂ। ਦੋ ਹੀ ਤੁਹਾਡੇ ਮਾਈਕ ਖੁੱਲੇ ਆ ਬਸ। ਨਿੱਜਰ ਸਾਹਿਬ ਇੱਕ ਦੇ ਤੁਹਾਡੇ ਵੱਲੋਂ ਤੇ ਜਾਂ ਮੇਰੇ ਵੱਲੋਂ ਕਿਰਪਾ ਨਹੀਂ ਹੋ ਰਹੀ। ਦੋ ਮਾਈਕ ਬਸ ਉਹ ਤੇ ਨਹੀਂ ਕੁਝ ਵੀ। ਹਾਂਜੀ ਚਲੋ ਹੋ ਗਏ ਜੀ। ਕੋਈ ਨਹੀਂ ਚਲੋ ਕੋਈ ਨਹੀਂ। ਇਹ ਵੀ ਸਾਡਾ ਮੈਂ ਤਾਂ ਸੋਚਦਾ ਇਹ ਵੀ ਸਾਡਾ ਇੱਕ ਇਮਤਿਹਾਨ ਹੀ ਸੀ। ਕੋਈ ਨਹੀਂ ਜੀ ਬਹੁਤ ਵਧੀਆ ਠੀਕ ਹੈ। ਹੁਣ ਇੱਥੇ ਸਾਧ ਸੰਗਤ ਜੀ ਇੱਕ ਚੀਜ਼ ਨੂੰ ਆਪ ਸਮਝੋ, ਆਪ ਮੇਰੇ ਘਰ ਬੱਤੀ ਹੈ। ਜੋ ਕਹਾਵਤ ਨਹੀਂ ਸੁਣੀ ਤੁਸੀਂ, ਇੱਕ ਕਹਾਵਤ ਬੜੀ ਪੁਰਾਣੀ ਕਹਾਣੀ, ਉਹ ਕਹਿੰਦਾ ਕਿ ਰੱਬ ਕਹਿੰਦਾ ਕਿ ਏਦਾਂ ਕਰ ਕਿ ਜੋ ਵੀ ਤੈਨੂੰ ਦਊਂਗਾ ਤੈਨੂੰ ਇੱਕ ਮਿਲੂਗਾ, ਤੇਰੇ ਗੁਆਂਢੀ ਨੂੰ ਦੋ ਮਿਲੂਗਾ। ਉਹ ਕਹਿੰਦਾ ਨਹੀਂ ਗੁਆਂਢੀ ਨੂੰ ਨਹੀਂ ਦੇਣਾ। ਉਹ ਕਹਿੰਦਾ ਕਿ ਤੇਰੀ ਜਿਹੜੀ ਸਪਲਾਈ ਆ, ਤੇਰੇ ਸਭ ਤੋਂ ਪਹਿਲਾਂ ਤੇ ਤੇਰੇ ਕਰੀਬੀ ਹੈ ਕਿ ਉਸ ਤੋਂ ਗਾਂ એનર્ਜੀ ਨੇ ਫਲੋ ਕਰਨਾ। ਜੇ ਉਹਨਾਂ ਨੂੰ ਨਹੀਂ ਸੁੱਖ ਮਿਲਿਆ ਤੇ ਨਿੱਜਰ ਸਾਹਿਬ ਗੁਆਂਢੀਆਂ ਨੂੰ ਤੋਂ। ਹੁਣ ਇੱਥੇ ਇੱਕ ਚੀਜ਼ ਨੂੰ ਦੇਖੋ, ਆਪ ਇੱਕ ਛੋਟੀ ਜਿਹੀ ਗੱਲ ਨੂੰ ਲੈਂਦੇ ਆ। ਇੱਥੇ ਮੇਰੇ ਗੁਆਂਢ ਦੋ ਘਰ 'ਚ ਹਨੇਰਾ ਹੋਇਆ ਤੇ ਮੈਂ 10 ਪਿੰਡ ਦੂਰ ਜਾ ਕੇ ਬਿਜਲੀ ਦੀ ਸਪਲਾਈ ਕਰ ਰਿਹਾ ਕਿ ਸੱਚੀ ਉਹ ਮੇਰਾ ਮਨਜ਼ੂਰ ਹੋਊਗਾ? ਆਪ ਜਸਟ ਸੋਚੋ, ਛੋਟੀ ਜਿਹੀ ਉਦਾਹਰਨ ਪ੍ਰੈਕਟੀਕਲ। ਨਿੱਜਰ ਸਾਹਿਬ ਬਿਲਕੁਲ ਨਹੀਂ ਹੋਊਗਾ। ਇਹ ਤੁਹਾਡੀ ਨਜ਼ਰ ਤੇ ਤੁਸੀਂ ਕਹਿੰਦੇ ਰੱਬ ਨੂੰ ਛੱਡ ਦਈਏ, ਸਾਈਡ ਤੇ ਕਰ ਦਈਏ, ਰੱਬ ਦੀ ਤੇ ਗੱਲ ਨਹੀਂ ਕਰਦੇ। ਤੁਸੀਂ ਕਹੋਗੇ ਕਿ ਚਰਨਜੀਤ ਵਾਹ ਬਈ ਪੁੱਤ ਬੜਾ ਵਧੀਆ ਕੰਮ ਕੀਤਾ ਈ, ਗਵਾਂਢ 3-4 ਘਰ ਹੈਗੇ ਉੱਥੇ ਤੇ ਹਨੇਰਾ ਹੋਇਆ, ਤੂੰ 10 ਪਿੰਡ ਦੂਰ ਜਾ ਕੇ ਬੱਤੀ ਪਹੁੰਚਾਤੀ, ਵਾਹ ਬਈ ਵਾਹ ਕਿਆ ਕਮਾਲ ਕੀਤਾ। ਤੁਸੀਂ ਮੈਨੂੰ ਕਹੋਗੇ? ਬਿਲਕੁਲ ਨਹੀਂ। ਤੇ ਫਿਰ ਆਪਾਂ ਏਦਾਂ ਕੁ ਸੋਚਦੇ ਕਿ ਰੱਬ ਏਦਾਂ ਕਹੂਗਾ? ਪੱਗਾ ਪੈ ਗਿਆ ਨਾ। ਏਦਾਂ ਆਪਾਂ ਸੋਚਦੇ ਹਾਂ, ਆਪਾਂ ਬਿਲਕੁਲ ਏਦਾਂ ਹੀ ਸੋਚਦੇ ਹਾਂ, ਅੰਡਰ 1% ਏਦਾਂ ਹੀ ਸੋਚਦੇ। ਪਰ ਬਾਣੀ ਪਤਾ ਕੀ ਕਹਿੰਦੀ ਹੈ? ਉਹ ਕਹਿੰਦੀ ਕਿ ਤੇਰੀ ਜਿਹੜੀ ਡਿਊਟੀ ਹੈ ਨਾ ਉਹਨੂੰ ਬਰਾਬਰ ਕਰ, ਤੈਨੂੰ ਕੋਈ ਸੇਵਾ ਸੁਵਾ ਕਰਨ ਦੀ ਲੋੜ ਨਹੀਂ ਆ। ਕਿਤੇ ਨਹੀਂ ਕਹਿੰਦੇ ਸੇਵਾ ਕਰਨ ਵਾਸਤੇ। ਆ ਵੇਖੋ ਬਾਣੀ ਵਿੱਚ ਇੰਨੀ ਬਾਣੀ ਪੜ੍ਹਦੇ ਨੇ, ਜਿਸ ਸਾਹਿਬ ਕਿਹਾ ਇਹਨਾਂ ਨੇ ਕਿਤੇ ਜਾ ਕੇ ਸੇਵਾ ਕਰੋ, ਝਾੜੂ ਝੂੜੂ ਮਾਰੋ ਜਾ ਕੇ। ਨਹੀਂ, ਉਹ ਤੇ ਕਹਿੰਦੇ ਕਿ ਜਿਹੜੀ ਤੇਰੀ ਡਿਊਟੀ ਕਮ ਸੇ ਕਮ ਉਹਨੂੰ ਤਾਂ ਪੂਰੀ ਕਰ। ਪਰ ਮੇਰੇ ਵਰਗਾ ਕੋਸ਼ਿਸ਼ ਕਰਦਾ ਦੂਰ 10-12 ਪਿੰਡ ਤੱਕ ਬੱਤੀ ਦੀ ਤਾਰਾਂ ਪਾਊਗਾ, ਔਖਾ ਸੌਖਾ ਹੋ ਗਏ, ਸਭ ਕੁਝ ਕਰਦਾ ਹੈ, ਉੱਥੇ ਲਾਈਟ ਪੈਦਾ ਕਰਨ ਦਿਆ। ਗੁਰਬਾਣੀ ਕਹਿੰਦੀ ਨਹੀਂ, ਜਿੱਥੇ ਤੂੰ ਬੈਠਾ ਹੈ ਜੇਕਰ ਤੇਰੇ ਆਲੇ ਦੁਆਲੇ ਕੋਈ ਫਾਇਦਾ ਨਹੀਂ ਹੋਇਆ ਤੇ ਦੂਰ ਤੇ ਫਿਰ ਕੋਈ ਵੱਖਰੀ ਗੇਮ ਕਰ ਰਿਹਾ ਤੂੰ, ਉਹ ਨਹੀਂ ਕੰਮ ਕਰ ਰਿਹਾ ਜੋ ਅਸਲ ਤੈਨੂੰ ਕਰਨਾ ਚਾਹੀਦਾ। ਠੀਕ ਹੈ ਸਾਧ ਸੰਗਤ ਜੀ, ਵਿਚਾਰ ਕੀਤੀ ਹੈ। ਇਹ ਮੇਰੀ ਵਿਚਾਰ ਹੀ ਆ, ਸਾਡੀ ਵਿਚਾਰ ਜੇ, ਕੋਈ ਜ਼ਬਰਦਸਤੀ ਵਾਲਾ ਕੰਮ ਨਹੀਂ ਜੇ। ਇਹ ਨਾ ਸੋਚੋ ਕਿ ਮੈਂ ਜੋ ਕਹਿ ਰਿਹਾ ਬਿਲਕੁਲ ਹੀ ਸੱਚ ਆ। ਇਹਨੂੰ ਰਗੜੋ, ਇਹਨੂੰ ਸੋਚੋ, ਵਿਚਾਰੋ। ਜੋ ਅਸੀਂ ਕਹਿ ਰਹੇ ਹਾਂ ਸਾਡੇ 'ਚ ਵੀ ਕਈ ਗਲਤੀਆਂ ਹੋ ਸਕਦੀਆਂ, ਪਰ ਤੁਸੀਂ ਆਪਣੇ ਵਿਵੇਕ ਨਾਲ ਦੇਖੋ। ਮੈਂ ਇਹ ਚੀਜ਼ ਨੂੰ ਤੁਹਾਨੂੰ ਕਹਿਣਾ ਚਾਹੁੰਦਾ, ਸਾਡੇ ਅੰਦਰ ਵਿਵੇਕ ਬੁੱਧੀ ਹੈ। ਜੇਕਰ ਸਾਨੂੰ ਗੁੱਸਾ ਚੜ ਜਾਂਦਾ ਹੈ ਨਾ ਤੇ ਸਾਡਾ ਵਿਵੇਕ ਖਤਮ ਹੋ ਜਾਂਦਾ। ਸਭ ਤੋਂ ਪਹਿਲਾਂ ਤੁਹਾਡੇ ਗੁੱਸੇ ਨੇ ਤੁਹਾਡੇ ਵਿਵੇਕ ਨੂੰ ਖਤਮ ਕਰਨਾ ਹੈ। ਤੁਹਾਡੇ ਅੰਦਰ ਜਿਹੜੀ ਸੋਚਣ ਦੀ ਸ਼ਕਤੀ ਨੂੰ ਖਤਮ ਕਰਨਾ ਹੈ। ਤੁਸੀਂ ਚੰਗੇ ਅਤੇ ਬੁਰੇ ਦੇ ਵਿੱਚ ਫਰਕ ਕੀ ਹੈ ਤੁਸੀਂ ਨਹੀਂ ਲੱਭ ਸਕਦੇ ਜੇਕਰ ਤੁਹਾਨੂੰ ਗੁੱਸਾ ਚੜ ਗਿਆ। ਭਾਵਨਾ ਦੇ ਵਿੱਚ ਵੀ ਤੁਸੀਂ ਖੁਬੇ ਜੋ, ਤੁਹਾਡੀ ਕੋਈ ਪੁਰਾਣੀ ਭਾਵਨਾ ਹੈ ਔਰ ਤੁਸੀਂ ਉਹਦੇ ਨਾਲ ਜੁੜੇ ਹੋਏ ਜੋ, ਤੇ ਜੇ ਉਸ ਭਾਵਨਾ ਦੇ ਨਾਲ ਜੁੜੇ ਜੋ, ਹੁਣ ਮੇਰੇ ਵਰਗਾ ਇੱਥੇ ਬੈਠਾ ਉਹ ਤੁਹਾਡੀ ਮੰਜੀ ਦੇ ਪਾਵੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਤੇ ਉਹਨੇ ਤੁਹਾਡੇ ਅੰਦਰ ਹਲਚਲ ਪੈਦਾ ਕਰ ਦੇਣੀ ਹੈ। ਤੁਸੀਂ ਫਿਰ ਸੱਚ ਨੂੰ ਨਹੀਂ ਦੇਖ ਸਕਦੇ ਕਿਉਂਕਿ ਉਹ ਮਨ ਜੁੜਿਆ ਉੱਥੇ 10-15 ਸਾਲ ਕੀਤਾ, 30 ਸਾਲ ਕੀਤਾ, 50 ਸਾਲ ਦਾ ਜੁੜਿਆ। ਹੁਣ ਛੱਡ ਲਈ ਮੇਰੇ ਵਰਗਾ ਆਇਆ ਹੋਵੇ, ਸਿਰ ਤੋਂ ਮੋਨਾ, ਮੂੰਹ ਤੇ ਦਾੜੀ ਵੀ ਕੱਟੀ ਹੋਈ ਆ, ਹੁਣ ਮੈਂ ਕੋਈ ਗੱਲ ਕਹਿਣਾ, ਹੁਣ ਤੁਹਾਡੀ ਭਾਵਨਾ ਦੇ ਨਾਲ ਫਿੱਟ ਨਹੀਂ ਪੈਂਦੀ, ਉੱਥੇ ਵੀ ਡਿਸਪਿਊਟ ਪੈਦਾ ਹੋਊਗਾ। ਪਰ ਇੱਥੇ ਇਹ ਮੇਰੇ ਰੂਪ ਦਾ ਕੋਈ ਮੈਟਰ ਨਹੀਂ ਕਰਦਾ। ਮੈਟਰ ਤੇ ਕਰਦਾ ਕਿ ਜਿਹੜੇ ਪੁਆਇੰਟ ਆਪਾਂ ਡਿਸਕਸ ਕਰ ਰਹੇ ਹਾਂ ਬਾਣੀ ਦੇ ਵਿੱਚ, ਜੋ ਡਿਸਕਸ ਕੀਤੇ ਹੋਏ ਨੇ ਆਲਰੇਡੀ, ਆਪਾਂ ਕਰ ਨਹੀਂ ਰਹੇ, ਆਪਾਂ ਤੇ ਜਸਟ ਉਹਨਾਂ ਨੂੰ ਥੋੜਾ ਜਿਹਾ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਰਲ ਹੋ ਜੇ। ਉਸ ਨੂੰ ਉਸ ਦੇ ਰੂਪ ਚ ਸਮਝੀਏ ਤੇ ਤਾਂ ਹੀ ਜ਼ਿੰਦਗੀ ਚ ਕੋਈ ਉਚਾਈ ਆਉਣੀ ਆ। ਜਿਹੜੀ ਆਪਾਂ ਨੂੰ ਲੋਕਾਂ ਨੇ ਸਿਖਾ ਦਿੱਤੀਆਂ ਗੱਲਾਂ ਨੇ, ਐਕਚੁਅਲੀ ਉਹ ਗੱਲਾਂ ਕੁਝ ਹੋਰ ਨੇ, ਉਹ ਐਕਚੁਅਲੀ ਉਹ ਬਾਣੀ ਚ ਨਹੀਂ ਕਹੀਆਂ ਗਈਆਂ।
ਬਾਣੀ ਜਿਹੜੀ ਕਹਿ ਰਹੀ ਆ ਉਹ ਡਾਇਰੈਕਟ ਤੁਹਾਡੇ ਨਾਲ ਕਮਿਊਨੀਕੇਸ਼ਨ ਕਰ ਰਹੀ ਆ। ਬਿਲਕੁਲ ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ। ਦੂਜੀ ਤਰਫ ਫੇਰ ਕਹਿੰਦੇ ਨੇ ਮੈਂ ਹੱਥ ਚੰਦਨ ਲਿਆ, ਸੁਗੰਧਾਂ ਲਈਆਂ ਨੇ। ਮੈਂ ਉੱਥੇ ਗਿਆ, ਉਹ ਗੁਰੂ ਕਹਿੰਦਾ ਕਿ ਨਹੀਂ ਯਾਰ ਤੂੰ ਕਿੱਥੇ ਤੁਰਿਆ ਫਿਰਦਾ, ਉਹ ਚੀਜ਼ ਤੇ ਤੇਰੇ ਅੰਦਰ ਹੈ, ਤੂੰ ਬਾਹਰ ਘਟਾਉਣ ਰਿਹਾ। ਬਾਣੀ ਵੇਖੋ ਕਹਿੰਦੀ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੋੜ ਜਨਮ ਨਾਵਾਂ। ਗੁਰਮੁਖ ਹੋਵੇ ਕਾਇਆ ਖੋਜੇ ਹੋਰ ਸਭ ਭਰਮ ਭੁਲਾਏ। ਇਹਨੂੰ ਬਾਣੀ ਨਹੀਂ ਆਉਂਦੀ ਪਰ ਬਹੁਤ ਜ਼ਿਆਦਾ ਬਾਰ-ਬਾਰ ਤੁਹਾਨੂੰ ਸਮਝਾਇਆ, ਮੈਨੂੰ ਵੀ ਸਮਝਾਇਆ ਕਿ ਬਾਹਰ ਨਹੀਂ ਹੈਗਾ। ਜਿੱਦਣ ਤੂੰ ਇਹ ਚੀਜ਼ ਸੋਚ ਲਏਗਾ ਤੇਰੇ ਅੰਦਰ ਆ, ਔਰ ਜਿੱਦਣ ਤੈਨੂੰ ਉਹ ਅੰਦਰ ਮਿਲਿਆ ਤੇ ਤੇਰੀ ਬਾਹਰ ਦੀ ਗਤੀ ਰੁਕਣੀ ਜ਼ਰੂਰੀ ਹੈ। ਨਿਜਰ ਸਾਹਿਬ ਇਹ ਵੀ ਸੱਚ ਜੀ। ਜੇ ਹਜੇ ਬੜੀ ਸਪੀਡ ਨਾਲ ਆਪਾਂ ਬਾਹਰ ਜਾ ਰਹੇ ਹਾਂ, ਇਹਦਾ ਮਤਲਬ ਆਪਾਂ ਰਾਮ ਕਬੀਰਾ ਇੱਕ ਨਹੀਂ ਹੋਏ ਜੀ। ਉਹਨੂੰ ਵੱਖਰਾ ਬਣਾਇਆ ਵਾ, ਉਹਦੀ ਆਇਡੈਂਟੀਟੀ ਹੈਗੀ ਆ, ਪਰ ਅਜੇ ਸਾਡਾ ਉਹਦੇ ਨਾਲ ਮਿਲਣ ਨਹੀਂ ਹੋਇਆ। ਦੇਖੋ ਜਦੋਂ ਆਪਾਂ ਮਿਲ ਜਾਂਦੇ ਨਾ ਕਿਸੇ ਚੀਜ਼ ਨੂੰ, ਉਸ ਚੀਜ਼ ਦੀ ਸਾਡੇ ਜੀਵਨ 'ਚ ਅਸਰ ਹੋਣਾ ਹੈ। ਪਾਣੀ ਪੀ ਲਿਆ, ਪਿਆਸ ਬੁਝਣੀ ਜ਼ਰੂਰੀ ਆ। ਜੇ ਨਹੀਂ ਬੁਝ ਰਹੀ, ਹਜੇ ਵੀ ਪਾਣੀ ਲੱਭ ਰਿਹਾ, ਇਹਦਾ ਮਤਲਬ ਪਾਣੀ ਝੂਠਾ ਸੀ, ਉਹ ਪਾਣੀ ਨਹੀਂ ਹੈ। ਕਿਉਂਕਿ ਪਾਣੀ ਦਾ ਸੁਭਾਅ ਹੈ, ਤੁਸੀਂ ਪੀ ਲਿਆ ਤੇ ਉਹਨੇ ਪਿਆਸ ਨੂੰ ਬੁਝਾਉਣਾ ਹੈ। ਪਰ ਆਪਾਂ ਕੀ ਕਰਨ ਜਾ ਰਹੇ ਹਾਂ? ਰੱਬ ਨੂੰ ਲੱਭ ਰਹੇ ਹਾਂ, ਤੇ ਜੇ ਰੱਬ ਨਹੀਂ ਮਿਲਿਆ ਤਾਂ ਹੀ ਉਹ ਲੱਭ ਰਹੇ ਹਾਂ। ਪਰ ਜਿੱਦਣ ਅਸਲੀ ਰੱਬ ਦੇ ਨਾਲ ਟਾਕਰਾ ਹੋ ਗਿਆ, ਬਾਹਰ ਦੀ ਸਪੀਡ ਰੁਕਣੀ ਬਹੁਤ ਜ਼ਰੂਰੀ ਹੈ, ਵੈਰੀ ਇੰਪੋਰਟੈਂਟ। ਉਹ ਮੈਂ ਨਹੀਂ ਕਹਿੰਦਾ ਨਾ ਜਾਓ, ਜਾਓ ਜ਼ਰੂਰ, ਪਰ ਜੇ ਹਜੇ ਖੋਜ ਚੱਲ ਰਹੀ ਹੈ, ਹਜੇ ਵੀ ਕੋਈ ਕਹਿੰਦਾ ਮੈਨੂੰ ਉਹ ਜੀ ਫਲਾਣੇ ਬਾਬੇ ਕੋ ਗਏ ਜੀ, ਮੈਂ ਜੀ ਫਲਾਣੇ ਬਾਬੇ ਕੋ ਗਿਆ, ਮੈਂ ਢਿੰਕੜੇ ਕੋ, ਮੈਂ ਜਾਓ ਕੋਈ ਗੱਲ ਨਹੀਂ, ਪਰ ਇਹਦਾ ਮਤਲਬ ਕਿ ਜੇ ਬਾਬੇ ਬੂਬਿਆਂ ਕੋ ਤੁਰੇ ਫਿਰਦੇ ਜਿਹਨੂੰ ਹਜੇ ਤੁਹਾਨੂੰ ਤੱਤ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਉਦਾਂ ਸ਼ਰਧਾ ਨਾਲ ਸੁਣੋ, ਜਿਹਨੂੰ ਮਰਜ਼ੀ ਸੁਣੋ, ਪਰ ਜਿੱਦਣ ਤੁਸੀਂ ਅੰਦਰੋਂ ਆਤਮਾ ਤੱਤ ਨਾਲ ਸੰਬੰਧ ਜੋੜ ਲਿਆ, ਬਾਹਰ ਦੀ ਗਤੀ ਰੁਕਣੀ ਬਹੁਤ ਜ਼ਰੂਰੀ ਹੈ, ਵੈਰੀ ਇੰਪੋਰਟੈਂਟ। ਕਿਉਂਕਿ ਉਦਾਂ ਤੁਹਾਨੂੰ ਕਿੱਦਾਂ ਪਤਾ ਲੱਗੂ ਤੁਹਾਨੂੰ ਗਿਆਨ ਹੋ ਗਿਆ? ਇਹ ਨਹੀਂ ਕਿ ਬਿਲਕੁਲ ਹੀ ਆਪਣੇ ਆਪ ਨੂੰ ਸਮਝ ਲਿਆ ਕਿ ਮੈਂ ਪਹੁੰਚਿਆ, ਉਹ ਇੱਕ ਅਲੱਗ ਚੀਜ਼ ਹੈ, ਪਰ ਬਾਈ ਪ੍ਰੋਡਕਟ ਆ, ਤੁਹਾਡੇ ਅੰਦਰ ਉਹ ਗਤੀ ਰੁਕਣੀ ਬਹੁਤ ਜ਼ਰੂਰੀ ਹੈ। ਹਾਂਜੀ ਨਿਜਾ ਸਾਹਿਬ, ਕੋਈ ਉਚਾਈ ਤਾਂ ਹੋਣੀ ਚਾਹੀਦੀ ਹੈ ਨਾ ਗੋਰਖੀ ਸਾਹਿਬ, ਕੋਈ ਨਾ ਕੋਈ ਜਿਹੜੀ ਆਪਣੀ ਪ੍ਰੋਗਰੈਸ ਆਪਾਂ ਨੇ ਘੋਖਦੇ ਰਹਿਣਾ, ਦੇਖਦੇ ਰਹਿਣਾ ਆਪਾਂ ਨੂੰ, ਬਈ ਜੇ ਆਪਾਂ ਸਹੀ ਤਰੀਕੇ ਦੇ ਨਾਲ ਸਾਬਣ ਲਾ ਰਹੇ ਹਾਂ, ਕੱਪੜਾ ਧੋ ਰਹੇ ਹਾਂ, ਤੇ ਉਹਦੀ ਥੋੜ੍ਹੀ ਬਹੁਤ ਮੈਲ ਤਾਂ ਨਿਕਲਣੀ ਚਾਹੀਦੀ ਹੈ, ਕੋਈ ਲਿਸ਼ਕਣਾ ਤਾਂ ਚਾਹੀਦਾ ਭਾਈ। ਨਹੀਂ ਆਪਾਂ ਨੂੰ ਪਤਾ ਲੱਗ ਰਿਹਾ, ਕਈ ਆਂਢੀ ਗੁਆਂਢੀ ਜਿਹੜਾ ਹੈਗਾ, ਤੁਹਾਡੇ ਪਰਿਵਾਰ ਜਿਹੜੇ ਹੈਗੇ ਆਪਣੇ ਆਪ ਦੱਸ ਦੇਣਗੇ ਭਾਈ। ਆਹੋ ਤੁਹਾਡੇ ਕੱਪੜੇ ਸਾਫ਼ ਆ, ਨਹੀਂ ਪਤਾ ਤੇ ਗੁਆਂਢੀਆਂ ਨੂੰ ਪੁੱਛ ਲਓ, ਕਿਹੜੀ ਗੱਲ, ਮੇਰੇ ਕੋਲ ਪੁੱਛ ਲਓ। ਮੈਨੂੰ ਦੱਸੋ ਚਰਨਜੀਤ ਤੇ ਮਿਰਚ ਕਾਮ ਮਰ ਗਿਆ, ਮੈਂ ਦੱਸ ਦੂੰਗਾ। ਤੁਸੀਂ ਦੱਸੋ ਕ੍ਰੋਧ ਮਰ ਗਿਆ, ਮੈਂ ਦੱਸੂਗਾ। ਮੈਂ ਤਾਂ ਤੁਹਾਡੇ ਨਾਲ ਹੀ ਰਹਿੰਦਾ, ਮੈਂ ਦੱਸੂਗਾ ਭਾਜੀ ਮਹੀਨਾ ਡੇਢ ਮਹੀਨਾ ਹੋ ਗਿਆ ਤੇ ਕ੍ਰੋਧ ਦੀ ਬਣੀ ਸੀ ਸਥਿਤੀ ਬਣੀ ਸੀ, ਪਰ ਤੁਹਾਨੂੰ ਚੜਿਆ ਨਹੀਂ। ਨਿਜਾ ਸਾਹਿਬ ਨਹੀਂ ਯਕੀਨ ਹੋ ਤਾਂ ਆਪਣੇ ਘਰ ਦੇ ਕੋ ਪੁੱਛ ਲਓ, ਆਪਣੇ ਘਰ ਦੇ ਕੋ ਪੁੱਛ ਲਓ, ਆਪਣੇ ਬੱਚਿਆਂ ਕੋ ਪੁੱਛੋ, ਤੁਹਾਨੂੰ ਦੱਸਣਗੇ ਅਗਲੇ। ਕਿ ਬਦਲਾਓ ਤੇ ਜ਼ਰੂਰੀ ਹੈ ਨਾ, ਜੇ ਨਹੀਂ ਬਦਲਾਓ ਹੋ ਰਿਹਾ ਤੇ ਇਹਦਾ ਮਤਲਬ ਤੇ ਉਹਨੂੰ ਵਾਚ ਕਰਨਾ ਜ਼ਰੂਰੀ ਹੈ, ਸੈਲਫ ਐਨਾਲਾਈਜ਼ ਕਰੋ। ਠੀਕ ਹੈ ਜੀ, ਹੁਣ ਇੱਥੇ ਆਪਾਂ ਵਾਪਸ ਆਉਂਦੇ ਹਾਂ। ਵੇਦ ਪੁਰਾਣ ਸਭ ਦੇਖ ਜਾਏ, ਉਹਾਂ ਤੋਂ ਜਾਈਏ ਜੋ ਇਹ ਨਾ ਹੋਏ। ਵੇਦ ਪੁਰਾਣ ਸਭ ਦੇਖੇ ਜੋਏ ਕਹਿੰਦੇ ਮੈਂ ਚੰਗੀ ਤਰ੍ਹਾਂ ਘੋਖ ਕੇ ਦੇਖ ਲਏ ਭਾਈ। ਕਹਿੰਦੇ ਬਈ ਮੈਂ ਤਾਂ ਉੱਧਰ ਤਾਂ ਜਾਊਂ ਜੇ ਇੱਥੇ ਨਾ ਹੋਏ ਮਾਲਕ ਪਰਮਾਤਮਾ। ਜੇ ਇੱਕ ਮਾਲਕ ਪਰਮਾਤਮਾ ਜਿਹੜਾ ਹੈਗਾ, ਜੇ ਉਹ ਓਮਨੀ ਪ੍ਰੈਜ਼ੈਂਟ ਨਹੀਂ ਹੈਗਾ, ਇੱਕ ਜਗ੍ਹਾ ਤੇ ਹੀ ਹੈਗਾ, ਤੇ ਫਿਰ ਪਰਮਾਤਮਾ ਕਿਹੋ ਜਿਹਾ ਹੋ ਗਿਆ? ਫਿਰ ਉਹ ਬਾਕੀ ਚੀਜ਼ਾਂ, ਬਾਕੀ ਜਗ੍ਹਾ ਨੂੰ ਕੌਣ ਦੇਖ ਰਿਹਾ ਹੈ? ਫਿਰ ਉੱਥੇ ਕੌਣ ਹੈ ਭਾਈ? ਉਹਨਾਂ ਨੂੰ ਕੌਣ ਪਹੁੰਚਾ ਰਿਹਾ ਦਾਤ? ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਕਹਿੰਦੇ ਹੁਣ ਮੈਂ ਖੋਜ ਪੜਤਾਲ ਕਰ ਲਈ, ਗ੍ਰੰਥਾਂ ਦਾ ਅਧਿਐਨ ਕੀਤਾ, ਨਿਚੋੜ ਕੱਢਿਆ ਇਹ ਕੌਣ ਹੈਗੇ ਨੇ? ਕਬੀਰ ਜੀ ਦੇ ਗੁਰੂ ਨੇ। ਬਿਲਕੁਲ, ਆਪ ਜਸਟ ਸੋਚੋ, ਜੇ ਕਬੀਰ ਜੀ ਦੀ ਬਾਣੀ ਇੰਨੀ ਪੜ੍ਹ ਰਹੇ ਆ, ਕਿੰਨੀ ਪਾਵਰਫੁਲ ਬਾਣੀ ਆ, ਤੇ ਜਿਹੜਾ ਮਨੁੱਖ ਕਬੀਰ ਜੀ ਦਾ ਗੁਰੂ ਆ ਉਹ ਕਿੱਥੇ ਬੈਠਾ ਹੋਊਗਾ? ਭਾਵੇਂ ਇੱਕ ਹੀ ਉਹਨਾਂ ਦਾ ਸ਼ਲੋਕ ਹੈਗਾ, ਇਹਦਾ ਮਤਲਬ ਕਿ ਉਹ ਗਿਆਨੀ ਹੈ, ਕੋਈ ਬੰਦਾ ਆਤਮ ਗਿਆਨੀ ਹੈ, ਆਮ ਬੰਦਾ ਨਹੀਂ ਹੈਗਾ ਸਪੈਸ਼ਲ। ਫਿਰ ਉਹ ਕਹਿੰਦੇ ਕਿ ਮੈਂ ਸਾਰੇ ਵੇਦ ਗ੍ਰੰਥ ਵੀ ਪੜ੍ਹੇ ਆ। ਦੇ ਨਾ ਸੋਚਿਓ ਕਿ ਮੈਂ ਆਪਣੀ ਇੰਡੀਵਿਜੂਅਲ ਸਟੇਟਮੈਂਟ ਦੇ ਰਿਹਾ, ਮੈਂ ਸਾਰੇ ਗ੍ਰੰਥਾਂ ਦਾ ਖੋਜ ਕੀਤਾ, ਮੈਂ ਪੜਚੋਲ ਕਰ ਲਈ, ਆਖਰ ਤੇ ਜਿਹੜਾ ਸਿੱਟਾ ਕੱਢਿਆ ਗਿਆ, ਉਹਾਂ ਤੋਂ ਜਾਏ ਜੋ ਇਹ ਨਾ ਹੋਏ। ਬਾਹਰ ਤੇ ਮੈਂ ਤਾਂ ਭਟਕਾਂ ਜੇਕਰ ਮੈਨੂੰ ਆਪਣੇ ਅੰਦਰ ਨਾ ਮਿਲਿਆ ਹੋਵੇ। ਤੇ ਬੰਦਾ ਅੰਦਰ ਤੇ ਖੋਜ ਕਰਦਾ ਹੀ ਨਹੀਂ। ਇਹ ਕਹਾਵਤ ਤੁਹਾਨੂੰ ਪਤਾ ਹੀ ਹੈ, ਸਾਰੀ ਦੁਨੀਆ ਕਹਿੰਦੀ ਕਿ ਰੱਬ ਨੂੰ ਕਹਿੰਦੇ
ਰੱਬ ਨੇ ਸੰਸਾਰ ਦਾ ਰਚਨਾ ਕਰ ਲਈ, ਕਹਿੰਦੇ ਇਹਨੇ ਮੈਨੂੰ ਲੱਭਣਾ ਮੁੜ ਕੇ, ਕਿੱਥੋਂ ਲੱਭੂਗਾ? ਉਹ ਕਹਿੰਦੇ ਫਲਾਨੀ ਜਗ੍ਹਾ 'ਚ ਲੁਕ ਜਾ, ਉਹ ਕਹਿੰਦੇ ਢਿੰਕੀ ਜਗ੍ਹਾ 'ਚ ਰੁਕ ਜਾ। ਫਿਰ ਇੱਕ ਬੰਦਾ ਪਤਾ ਨੀ ਬੁੱਢੀ, ਉਹ ਕਹਿੰਦੀ ਪਰਮਾਤਮਾ ਜੀ ਤੁਸੀਂ ਏਦਾਂ ਕਰੋ, ਇਨਸਾਨ ਦੇ ਅੰਦਰ ਲੁਕ ਜਾਓ, ਇਹ ਸਾਰੀ ਦੁਨੀਆ 'ਚ ਲੱਭੂਗਾ। ਇਹਨੂੰ ਕਹਿ ਵੀ ਦਿੱਤਾ ਨਾ ਕਿਸੇ ਤੇਰੇ ਅੰਦਰ ਆ, ਇਹਨੇ ਮੰਨਣਾ ਹੀ ਨਹੀਂ ਨਾ, ਅੱਜ ਤੱਕ ਨਹੀਂ ਮੰਨਦਾ। ਆਪ ਜਸਟ ਸੋਚੋ, ਉਹ ਸੱਚੀ ਕਹਾਣੀ ਆ। ਬੰਦਾ ਆਪਣੇ ਅੰਦਰ ਨੂੰ ਛੱਡ ਕੇ ਹਰ ਥਾਂ ਤੇ ਲੱਭਦਾ ਹੈ, ਪਰ ਬਾਹਰ ਤੇ ਹੈਗਾ ਹੀ ਨਹੀਂ। ਆਪ ਜਸਟ ਸੋਚੋ ਕਿੰਨੇ ਕਰੋੜ ਦੁਨੀਆ ਇੰਡੀਆ 'ਚ ਆ, ਹੋਰ ਪਤਾ ਨਹੀਂ ਕਿੰਨੇ ਕਰੋੜ। ਜੇ ਬਾਹਰ ਹੁੰਦਾ ਤੇ ਲੋਕਾਂ ਨੂੰ ਮਿਲ ਜਾਣਾ ਸੀ, ਉਹ ਲੱਭ ਲੈਣਾ ਸੀ ਸਾਇੰਟਿਸਟ ਨੇ ਪਦਾਰਥਾਂ ਦੇ ਵਿੱਚ। ਨਹੀਂ, ਰੱਬ ਨੇ ਗੋਰਖੀ ਸਾਹਿਬ ਦਰਵਾਜ਼ਾ ਹੀ ਐਸਾ ਬਣਾਇਆ। ਰੱਬ ਕਹਿੰਦਾ ਮੈਨੂੰ ਮਿਲਣਾ ਹੈ ਤੇ ਆਪਣੇ ਅੰਦਰ, ਤੇਰੇ ਅੰਦਰ ਦਰਵਾਜ਼ਾ ਹੈਗਾ, ਤੇਰਾ ਦਰਵਾਜ਼ਾ ਤੇਰੇ ਅੰਦਰ ਹੈਗਾ, ਉੱਥੋਂ ਹੀ ਮਿਲ ਸਕਦਾ ਹੈ। ਬਾਹਰ ਵੀ ਹੈਗਾ, ਮੈਂ ਤਾਂ ਹਰ ਜਗ੍ਹਾ ਤੇ ਹੈਗਾ ਆ, ਪਰ ਤੂੰ ਮਿਲਣਾ ਹੈ ਮੈਨੂੰ ਤੇ ਆਪਣੇ ਅੰਦਰ, ਉਹ ਦਰਵਾਜ਼ਾ ਤੇਰੇ ਅੰਦਰ ਹੈਗਾ ਭਾਈ, ਉੱਥੋਂ ਹੀ ਆਉਣਾ ਪੈਣਾ। ਉਹ ਨਿਜਰ ਸਾਹਿਬ, ਉਹ ਆਤਮਾ ਜਿਹੜੀ ਹੈਗੀ ਉਹ ਆਖਰੀ ਦੇ ਤੱਤ ਹੈ। ਹਾਂ, ਉਹ ਤੇ ਵੇਖਣ ਵਾਲਾ ਹੈ, ਬਸ। ਉਹ ਬਾਹਰ ਕਿੱਥੇ ਹੈਗਾ? ਹਾਂ, ਬਾਹਰ ਲੱਭਣ ਜਾਓ, ਉਹੀ ਦਰਵਾਜ਼ਾ, ਕਿਉਂਕਿ ਉਹੀ ਦਰਵਾਜ਼ਾ ਹੈ, ਆਤਮਾ ਤਾਂ ਹੈਗੀ ਉਹਨੇ, ਉਹੀ ਦਰਵਾਜ਼ਾ ਹੈ। ਉਹ ਪਹਿਲਾ ਤੇ ਆਖਰੀ ਤੱਤ ਆ, ਉਹਨੂੰ ਕਿੱਥੋਂ ਲੱਭੋਗੇ? ਉਹ ਤੇ ਆਖਰੀ ਹੈ ਤੇ ਪਹਿਲਾ ਹੈ। ਉਹ ਹਾਂ, ਉਹਦੇ ਕਰਕੇ ਫਿਰ ਕਿਤੇ ਲੱਭਣਾ ਨਹੀਂ। ਫਿਰ ਕਹਿੰਦੇ ਜੀ ਅਗਲੀ ਤੋਂ ਬੋਲਣ ਜੈਸਾ ਸਤਿਗੁਰੂ ਮੈਂ ਬਲਿਹਾਰੀ ਤੋਰ। ਕਹਿੰਦੇ ਜੇ ਗੁਰੂ ਨਾ ਹੁੰਦਾ, ਜੇ ਮੇਰੇ ਕੋਲ ਬ੍ਰਹਮ ਗਿਆਨ ਨਾ ਹੁੰਦਾ ਤੇ ਮੈਂ ਤਾਂ ਠੰਨ ਗੋਪਾਲ ਹੀ ਰਹਿਣਾ ਸੀਗਾ। ਕਹਿੰਦੇ ਮੈਨੂੰ ਐਟਲੀਸਟ ਮੈਨੂੰ ਜਿਹੜਾ ਸਹੀ ਰਸਤਾ ਤਾਂ ਦੱਸਿਆ, ਮੈਂ ਤਾਂ ਬਲਿਹਾਰ ਜਾਣਾ ਤੇਰੇ ਤੋਂ ਭਾਈ, ਮੇਰਾ ਜੀਵਨ ਬਚਾ ਲਿਆ ਤੂੰ। ਮੈਨੂੰ ਤਾਂ ਆ ਵੀ ਜਿਹੜੀ ਮਨੁੱਖੀ ਜੂਨ ਮਿਲੀ, ਇਹ ਵੀ ਚਲੇ ਜਾਣੀ ਸੀਗੀ। ਜਿਹਨੇ ਸਕਲ ਬਿਕਲ ਭਰਮ ਕਾਟੇ ਮੋਰ, ਇੰਨੀ ਜ਼ਬਰਦਸਤ ਜਿਹੜੀ ਹੈ ਮਾਇਆ ਮਾਲਕ ਨੇ ਭਰਮ ਪਾਇਆ ਹੋਇਆ ਹੈ, ਧੋਖਾ ਪਾਇਆ ਹੋਇਆ ਹੈ। ਬਸ ਕਹਿੰਦੇ ਇਹ ਤਾਂ ਮੇਰੇ ਸਾਰੇ ਦੇ ਸਾਰੇ ਜਿਹੜੇ ਹੈ ਮੈਨੂੰ ਵਿਆਕੁਲ ਕਰਨ ਵਾਲੇ, ਮੈਨੂੰ ਦੁਖੀ ਕਰਨ ਵਾਲੇ ਸਾਰੇ ਦੇ ਸਾਰੇ ਭਰਮ ਮੇਰੇ ਕੱਟ ਦਿੱਤੇ। ਰਾਮਾਨੰਦ ਸਵਾਮੀ ਰਮਤ ਬ੍ਰਹਮ ਕਹਿੰਦੇ ਹੁਣ ਤਾਂ ਮੈਂ ਉਹ ਮਾਲਕ ਪਰਮਾਤਮਾ ਜਿਹੜਾ ਬ੍ਰਹਮ ਦੇ ਵਿੱਚ ਰਮਿਆ ਹੋਇਆ ਆ, ਉਹਦੇ ਵਿੱਚ ਮੈਂ ਰਮ ਗਿਆ। ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਇਹ ਗੁਰੂ ਦਾ ਸ਼ਬਦ ਐਸਾ ਹੈ ਕਿ ਇਨਸਾਨ ਦੇ ਜਿੰਨੇ ਮਰਜ਼ੀ ਜਿਹੜੇ ਕਰਮ ਹੁੰਦਾ, ਲੇਖਾ ਹੋਏ, ਪਾਪ ਹੋਣ, ਸਾਰਿਆਂ ਨੂੰ ਕੱਟਣ ਦੇ ਸਮਰੱਥ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉੱਪਰ ਤੁਕ ਜੋ ਫੇਰ ਕਲੀਅਰ ਕਰ ਰਹੇ ਨੇ, ਸਤਿਗੁਰੂ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਕਲ ਦਾ ਮਤਲਬ ਹੁੰਦਾ ਕਠਨ, ਭਰਮ ਕਾਟੇ ਮੋਰ। ਕਹਿੰਦੇ ਕਿ ਮੈਂ ਬਹੁਤ ਤੁਹਾਡੇ ਤੇ ਧੰਨਵਾਦੀ ਹਾਂ, ਬਲਿਹਾਰੀ ਜਾਂਦਾ, ਮੈਂ ਤੁਹਾਡੇ ਤੋਂ ਸਦਕੇ ਜਾਂਦਾ। ਮੇਰੇ ਸਾਰੇ ਸੰਸ਼ੇ, ਮੇਰੇ ਜਿਹੜੀਆਂ ਮਨ ਦੀਆਂ ਉਲਝਣਾ, ਮੇਰੇ ਭੁਲੇਖੇ ਉਹ ਦੂਰ ਹੋ ਗਏ ਨਾ। ਸਭ ਸਕਲ ਦਾ ਮਤਲਬ A to Z। ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਰਾਮਾਨੰਦ ਜੀ ਕਹਿੰਦੇ ਮੈਂ ਤਾਂ ਉਸ ਬ੍ਰਹਮ ਦੇ ਵਿੱਚ ਰਮ ਰਿਹਾ ਹਾਂ, ਜਿਹੜਾ ਰਮਤ ਬ੍ਰਹਮ ਹੈ, ਜਿਹੜਾ ਸਾਰੀ ਜਗ੍ਹਾ ਤੇ ਹੈਗਾ। ਔਰ ਗੁਰੂ ਦਾ ਸ਼ਬਦ ਜਿਹੜਾ ਹੈਗਾ ਕਹਿੰਦੇ ਕੋਟ ਕਰਮ ਕੱਟ ਦਿੰਦਾ ਹੈ, ਕੋਟ ਕਰਮ। ਰਣਜੀਤ ਜੀ ਤੁਹਾਡਾ ਕੈਮਰਾ ਬੰਦ ਕਰ ਦਿਓ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜੀ ਗੁਰੂ ਕਾ ਸ਼ਬਦ ਬਾਰੇ ਜਾਣ ਖੋਲਿਓ ਜੀ, ਇਹ ਕਿਹੜਾ ਸ਼ਬਦ ਵਾ ਜੀ? ਗੁਰੂ ਕਾ ਸ਼ਬਦ ਕਾਟੇ ਕੋਟ ਕਰ। ਗੁਰੂ ਦਾ ਸ਼ਬਦ ਹੈਗਾ ਧਿਆਨ, ਉਹ ਮਾਲਕ ਪਰਮਾਤਮਾ ਦਾ ਧਿਆਨ। ਪਰਮਾਤਮਾ ਆਪਣੇ ਅੰਦਰ ਹੈਗਾ, ਆਪਾਂ ਉਹਦੇ ਨੇੜੇ ਬੈਠਣਾ ਹੈ, ਬਸ ਮਨ ਨੂੰ ਉਹਦੇ ਨੇੜੇ ਬਿਠਾਉਣਾ ਹੈ ਆਪਾਂ ਨੇ। ਉਹ ਧਿਆਨ ਆ, ਗੁਰੂ ਦਾ ਸ਼ਬਦ ਧਿਆਨ ਆ। ਬਾਣੀ ਕਹਿੰਦੀ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਇਹੀ ਨਾਮ ਆ, ਇਹੀ। ਔਰ ਆਪਾਂ ਜਿਹੜੇ ਸ਼ਬਦ ਆ ਵਾਹਿਗੁਰੂ, ਹਰੀ ਓਮ, ਅੱਲਾਹ, ਇਹ ਜਿਹੜੇ ਸ਼ਬਦ ਹੈਗੇ, ਇਹ ਜਿਹੜੇ ਆਪਣੇ ਵਿਚਾਰ ਘਟਾ ਦਿੰਦੇ ਆ। ਔਰ ਆਪਾਂ ਨੂੰ ਜਿਹੜਾ ਹੈਗਾ ਇਹ, ਔਰ ਉਹ ਮਾਲਕ ਨੂੰ ਸੰਬੋਧਨ ਹੈ। ਇਹ ਮਾਲਕ ਵੱਲ ਨੂੰ ਜਿਹੜਾ ਹੈਗਾ, ਮਾਲਕ ਦੇ ਨਾਮ ਰੱਖੇ ਹੋਏ ਆ, ਕੀਰਤਮ ਨਾਮ ਹੈਗੇ। ਇਹ ਮਾਲਕ ਦੇ ਨਾਲ ਜਿਹੜਾ ਹੈਗਾ ਆਪਣਾ ਸੰਬੰਧ ਜਿਹੜਾ ਹੈਗਾ ਇਹ, ਕਿਉਂਕਿ ਮਾਲਕ ਨੂੰ ਯਾਦ ਕਰਾਉਣ ਦੇ ਇਹ ਜਿਹੜੇ ਹੈਗੇ ਆਪਣੀ ਹੈਲਪ ਕਰ ਦਿੰਦੇ ਆ। ਠੀਕ ਹੈ ਜੀ, ਠੀਕ ਹੈ ਜੀ। ਵਾਹਿ ਖਾਲਸਾ ਫਤਿਹ ਜੀ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਿੱਜਰ ਸਾਹਿਬ, ਇਹ ਬਾਣੀ, ਇਹ ਸ਼ਬਦ ਦਾ ਸਵਾਲ ਉੱਥੇ ਵੀ ਆਇਆ ਸੀ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਨਾਲ ਸਿੱਧਾ ਨੇ ਗੋਸ਼ਟੀ ਕੀਤੀ ਸੀ। ਹਾਂ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਹਿੰਦੇ ਇਹ ਸ਼ਬਦ ਦੇ ਬਾਰੇ ਤੂੰ ਕਹਿ ਰਿਹਾ, ਇਹਦੇ ਬਾਰੇ ਵੀ ਸਾਨੂੰ ਜਾਣਕਾਰੀ ਦੇ ਭਾਈ। ਤਾਂ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀਗਾ ਭਾਈ, ਇਹ ਸ਼ਬਦ ਜਿਹੜਾ ਹੈ ਗੁਰੂ ਹੈਗਾ ਮੇਰਾ ਧਿਆਨ, ਮੇਰਾ ਗੁਰੂ ਹੈਗਾ। ਇਹ ਧਿਆਨ ਜਿਹੜਾ ਹੈਗਾ ਮੈਨੂੰ ਮਾਲਕ ਦੇ ਨਾਲ ਜੋੜ ਦਿੰਦਾ ਹੈ, ਬਸ ਇਹ ਧਿਆਨ ਹੀ ਹੈਗਾ। ਹਾਂਜੀ ਵੀਰ ਜੀ। ਠੀਕ ਹੈ ਜੀ। ਸ਼ਬਦ ਦਾ ਮਤਲਬ ਇਹੋ ਹੀ ਹੈ ਕਿ ਜਿਹੜਾ
ਕਹਿੰਦੇ ਗੁਰੂ ਕਾ ਸ਼ਬਦ ਕਾਟੇ ਕੋਟ ਕਰਮ। ਕਾਟੇ ਕੋਟ ਕਰਮ। ਹਾਂ। ਤੁਹਾਡਾ ਧਿਆਨ ਜਦੋਂ ਉਹ ਕਾਗਰ ਹੋ ਜਾਂਦਾ ਹੈ ਤੇ ਉਹ ਸ਼ਬਦ ਜਿਹੜਾ ਪ੍ਰਮਾਤਮਾ ਹੈ ਉਹਦੇ ਨਾਲ ਸਾਡਾ ਸੰਬੰਧ ਜੁੜ ਜਾਂਦਾ। ਕਾਈਂਡ ਆਫ ਕਹਿ ਲਓ ਧਿਆਨ ਤੇ ਸਿਮਰਨ ਸਾਧਨਾ। ਕੋਟ ਕਰਮ ਦਾ ਮਤਲਬ ਹੈ ਕਿ ਜਦੋਂ ਤੁਹਾਡਾ ਪ੍ਰਮਾਤਮਾ ਨਾਲ ਸੰਬੰਧ ਜੁੜ ਗਿਆ ਫਿਰ ਕਰਮ ਕਿਹਦੇ ਰਹਿ ਗਏ। ਉਹ ਰਾਮ ਕਬੀਰਾ ਏਕ ਭੈ ਤੇ ਕੋਈ ਨਾ ਸਕੇ ਪਛਾਣੀ। ਉਹ ਬੰਧਨ ਤੋੜ ਦਿੱਤਾ। ਮਨ ਤੋਂ ਅੱਗੇ ਲੰਘ ਗਏ ਤੁਸੀਂ। ਕਬੀਰ ਜੀ ਫਿਰ ਕਹਿੰਦੇ ਨਾ ਉਹ ਰਾਈ 10ਵੇਂ ਪਾਏ ਰਸ 10 ਪਾ ਗਿਆ ਤੇ ਮਨ ਮਹਿਗਲਾ ਹੈ ਉਥੋਂ ਲੰਘਦਾ ਨਹੀਂ। ਜਿਵੇਂ ਜਿਵੇਂ ਤੁਸੀਂ ਧਿਆਨ ਸਿਮਰਨ ਕਰਦੇ ਕਿ ਮਨ ਨੇ ਖੁਰਦੇ ਜਾਣਾ। ਹੌਲੀ ਹੌਲੀ ਕਰ। ਇਸ ਤੋਂ ਦੋਸ਼ ਇਤੋਂ ਜਿਹੜੀ ਔਗਣ ਹੈ ਤੋਂ ਦੂਰ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਸੂਈ ਤੁਸੀਂ ਵੇਖਿਆ ਨਾ, ਸੂਈ ਦੇ ਚ ਧਾਗਾ ਆਪਾਂ ਪਰੋਨੇ ਆ। ਜੇਕਰ ਧਾਗੇ ਦੇ ਉੱਤੇ ਬੁਰਜੀ ਆਈ ਹੈ ਨਾ ਅੰਦਰ ਵੜਦਾ ਨਹੀਂ ਵੜਦਾ। ਬਾਰ-ਬਾਰ ਆਪਾਂ ਉਹਨੂੰ ਧਾਗੇ ਨੂੰ ਥੁੱਕ ਲਾਉਂਦੇ ਆ, ਉਂਗਲ ਤੇ ਮਰੋੜਦੇ ਆ। ਫਿਰ ਇੱਕ ਸਮਾਂ ਆਉਂਦਾ ਨਿਜ ਸਭ ਆਰਾਮ ਨਾਲ ਲੰਘ ਜਾਂਦਾ। ਕੋਈ ਪ੍ਰੋਬਲਮ ਨਹੀਂ। ਇਸੇ ਤਰ੍ਹਾਂ ਤੁਹਾਡਾ ਮਨ ਹੈ। ਮਨ ਸ਼ੁਰੂ ਚ ਵਿਚਾਰਾਂ ਦਾ ਬਹੁਤ ਜ਼ਿਆਦਾ ਪਲੰਦਾ ਲੈ ਕੇ ਘੁੰਮਦਾ। ਤੁਸੀਂ ਧਿਆਨ ਸਿਮਰਨ ਕਰਦੇ ਗਏ ਵਿਚਾਰ ਕੱਢਦੇ ਗਏ, ਮਨ ਜਿਹੜਾ ਹੈ ਉਹ ਸੂਖਮ ਹੋ ਜਾਣਾ। ਇੱਕਦਮ ਇੰਨਾ ਸੂਖਮ ਹੋ ਜਾਏਗਾ, ਇੱਕਦਮ ਫਟਕਦੀ। ਹੁਣ ਤੁਸੀਂ ਵੇਖੋ ਧਿਆਨ ਸਿਮਰਨ ਕੀ ਹੈ। ਹੁਣ ਦਹੀਂ ਦੇ ਵਿੱਚ ਮੱਖਣ ਹੈਗਾ, ਪ੍ਰਗਟ ਤੇ ਨਹੀਂ ਹੈ, ਪਰ ਜਿਵੇਂ ਇਹਨੂੰ ਰਿੜਕਦੇ ਆ ਆਪਾਂ ਸਬਰ ਦੇ ਨਾਲ, ਸੰਤੋਖ ਦੇ ਨਾਲ, ਥੋੜਾ ਟਾਈਮ ਲੱਗਦਾ ਹੈ ਤੇ ਨਿੱਜਾ ਸਾਹਿਬ ਮੱਖਣ ਕਿੱਥੇ ਇੱਕਦਮ ਪ੍ਰਗਟ ਹੋ ਜਾਂਦਾ। ਬਿਲਕੁਲ ਆ ਜਾਂਦਾ। ਆ ਜਿਹੜਾ ਪ੍ਰੋਸੈਸ ਹੈ ਨਾ ਵੀਰ ਜੀ, ਆ ਜਿਹੜਾ ਪ੍ਰੋਸੈਸ ਹੈ ਜਾਂ ਕਿਰਿਆ ਹੈਗੀ ਹੈ, ਇਹੀ ਮਨ ਨੂੰ ਜਿਹੜੀ ਹੈ ਉਹ ਖਤਮ ਕਰ ਦਿੰਦੀ ਹੈ ਤੇ ਉਹ ਫਾਈਨ ਟਿਊਨਿੰਗ ਹੋ ਕੇ ਜਿਹੜੀ ਸਿੰਕਰੋਨਾਈਜ਼ ਹੋ ਜਾਂਦਾ ਤੇ ਉੱਪਰ ਲੰਘ ਜਾਂਦਾ। ਤੇ ਉਹ ਸੰਸਕਾਰ ਤਾਂ ਸਾਰੇ ਮਨ ਦੇ ਅੰਦਰ ਨੇ। ਜਦ ਮਨ ਹੀ ਨਹੀਂ ਨਾਲ ਜਾਣਾ, ਜੋ ਬੈਗਲ ਹੈਗਾ ਉਹ ਲੰਘਣਾ ਹੀ ਨਹੀਂ ਰਾਈ 10ਵੇਂ ਭਾਗ ਵਾਲੀ ਥਾਂ ਚੋਂ, ਤਾਂ ਉਹ ਤਾਂ ਉੱਥੇ ਜਾ ਹੀ ਨਹੀਂ ਸਕਦਾ। ਰੁਕ ਗਿਆ ਉੱਥੇ ਪਿੱਛੇ, ਬਸ ਉਹ ਅੱਗੇ ਲੰਘ ਜਾਂਦਾ। ਬਸ ਜਿਹੜੀ ਤੱਤ ਵਸਤੂ ਤੱਤ ਚ ਪਵਨੇ ਮੇ ਪਵਨ ਸਮਾਇਆ, ਜੋਤੀ ਮੇ ਜੋਤ ਰਲ ਜਾਇਆ। ਬਿਲਕੁਲ ਹਾਂ। ਔਰ ਜਦੋਂ ਤੁਹਾਡਾ ਵਿਚਾਰ ਖਤਮ ਹੋ ਗਏ ਫਿਰ ਇਕੱਲੀ ਸੁਰਤੀ ਰਹਿ ਗਈ। ਉੱਥੇ ਜਾ ਕੇ ਤੁਹਾਨੂੰ ਫਿਰ ਗਿਆਨ ਹੋਣਾ। ਜਿਹੜਾ ਲੱਭ ਰਿਹਾ ਤੇ ਜਿਹਨੇ ਲੱਭਣਾ ਹੈ, ਇਹ ਦੋ ਨਹੀਂ ਹੈਗੇ। ਫਿਰ ਵੇਖੋ ਪਹਿਲਾਂ ਵੀ ਵਿਚਾਰ ਚੱਲੀ ਹੈ। ਜਿਹੜਾ ਲੱਭ ਰਿਹਾ ਜਿਹਨੂੰ ਲੱਭਣਾ ਹੈ, ਇਹ ਦੋ ਨਹੀਂ ਹੈਗੇ, ਇੱਕੋ ਆ। ਬਸ ਰਾਮ ਕਬੀਰਾ ਏਕ ਭੈ ਤੇ ਕੋਈ ਨਾ ਸਕੇ ਪਛਾਣੀ। ਉਹ ਨਹੀਂ ਕਹਿੰਦੇ ਕਿ ਕਬੀਰ ਤੇ ਰਾਮ ਜਿਹੜਾ ਵੱਖੋ ਵੱਖ ਨੇ, ਇੱਕੋ ਹੈਗਾ। ਪਰ ਮਾਲਕ ਨੇ ਉਸੇ ਇੱਕ ਨੇ ਭੁਲੇਖਾ ਪਾਇਆ ਹੋਇਆ, ਤਾਂ ਆਪਾਂ ਨੂੰ ਅਲੱਗ-ਅਲੱਗ ਨਜ਼ਰ ਆ ਰਿਹਾ। ਤਾਂ ਦੋ ਨਜ਼ਰ ਆਉਂਦੇ ਆ। ਬਸ ਉਹੀ ਭੁਲੇਖਾ ਜਾਪ ਕਰੀ ਜਾਣਾ। ਨਹੀਂ ਨਿੱਜਰ ਸਾਹਿਬ, ਨਹੀਂ ਜਿੰਨਾ ਚਿਰ ਤੱਕ ਆਪਾਂ ਵੇਖਦੇ ਨਹੀਂ ਤਾਂ ਉਹਨਾਂ ਚਿਰ ਤੱਕ ਦੋ ਹੀ ਜੇ। ਬਿਲਕੁਲ ਉਹਨਾਂ ਚਿਰ ਤਾਂ ਕਬੀਰ ਵਾਖਿਆ ਤੇ ਰਾਮ ਵਾਖ ਜੇ। ਰਾਮ ਕਬੀਰਾ ਏਕ ਭਇਆ, ਇੱਕ ਹੋ ਜਾਣਗੇ ਤੇ ਫਿਰ ਉਹ ਬੰਧਨ ਟੁੱਟਣਾ ਹੈ। ਤੇ ਜੇਕਰ ਉਹ ਇੱਕ ਨਹੀਂ ਨਾ ਹੁੰਦੇ, ਭਾਵੇਂ ਕਬੀਰ ਰਾਮ ਦੇ ਵਿੱਚ ਹੀ ਬੈਠਾ ਹੈ, ਉਹ ਕਬੀਰ ਵੱਖਰਾ ਹੈ ਤੇ ਰਾਮ ਵੱਖਰਾ ਹੈ। ਇਸੇ ਤਰ੍ਹਾਂ ਚਰਨਜੀਤ ਵੱਖਰਾ ਹੈ, ਨਿੱਜਰ ਸਾਹਿਬ ਵੱਖਰੇ, ਤੁਸੀਂ ਵੀ ਵੱਖਰੇ। ਪਰ ਜਦੋਂ ਆਪਾਂ ਬਾਰ-ਬਾਰ ਆਤਮ ਤੱਤ ਵਿੱਚ ਜਾਂਦੇ ਹਾਂ ਔਰ ਹੌਲੀ ਹੌਲੀ ਇਹ ਬਹੁਤ ਸਲੋ ਪ੍ਰੋਸੈਸ ਆ, ਕਿਉਂਕਿ ਕੋਈ ਵੀ ਚੀਜ਼ ਇੱਕਦਮ ਤੇ ਬਣਦੀ ਨਹੀਂ ਹੈ। ਜੇਕਰ ਹੁਣ ਵੇਖੋ ਕੋਈ ਵੀ ਚੀਜ਼ ਸਲੋਲੀ ਤੁਹਾਡੇ ਅੰਦਰ ਬਿਲਡ ਹੋ ਰਹੀ ਆ। ਇਸੇ ਤਰ੍ਹਾਂ ਅਧਿਆਤਮਿਕ ਜਿਹੜੀ ਕਿਰਿਆ ਹੈ ਇਹ ਬੜੀ ਫਾਈਨ ਟਿਊਨਿੰਗ ਆ। ਪ੍ਰਮਾਤਮਾ ਕਹਿੰਦੇ ਕਿ ਹਰ ਦੇ ਵਰਗਾ ਹੀ ਤੈਨੂੰ ਹੋਣਾ ਪੈਣਾ। ਛੋਟਾ ਜਿਹਾ ਪ੍ਰਮਾਤਮਾ ਬਣਨਾ ਪਊਗਾ ਤੈਨੂੰ। ਉਸ ਤੋਂ ਘੱਟ ਗੱਲ ਨਹੀਂ ਜੇ ਬਣਨੀ ਹੈ। ਮੈਂ ਗੱਪ ਮਾਰਦਾ, ਝੂਠ ਮਾਰਦਾ ਨਹੀਂ। ਛੋਟਾ ਪ੍ਰਮਾਤਮਾ ਬਣਨਾ ਪਊਗਾ। ਹਾਂਜੀ ਨਿਜਰ ਸਾਹਿਬ, ਬਿਲਕੁਲ ਸਹੀ ਹੈ ਜੀ। ਨਿੱਕਾ ਜਿਹਾ ਪ੍ਰਮਾਤਮਾ ਬਣਨਾ ਪੈਣਾ ਤੁਹਾਨੂੰ, ਕਿਉਂਕਿ ਪਿਓਰਿਟੀ ਬਹੁਤ ਹੈ, ਬਹੁਤ ਡਿਮਾਂਡ ਕਰਦਾ ਹੈ ਤੁਹਾਡੇ ਤੋਂ। ਤੁਸੀਂ ਵੇਖ ਲਿਓ ਇੰਨੀ ਹਾਈ ਡਿਮਾਂਡ। ਆਪ ਜਸਟ ਦੇਖੋ ਬਾਣੀ ਚ ਉਦਣ ਕਹਿ ਰਹੇ ਨੇ, ਕਬੀਰ ਸਾਹਿਬ ਵੀ ਕਹੀ ਨਾ ਬਾਣੀ ਨਿੱਜਰ ਸਾਹਿਬ ਕਿ ਸੁਪਨੇ ਦੇ ਵਿੱਚ ਵੀ ਔਗਣ ਨਹੀਂ ਪੈਦਾ ਹੋ ਰਿਹਾ। ਮਾੜਾ ਕਾਮ ਦਾ ਸੁਪਨਾ, ਮੇਰੀ ਸੁਪਨਾ ਤੱਕ ਨਹੀਂ ਮੈਨੂੰ ਆਉਣ ਦਿਆ। ਆਪ ਜਸਟ ਦੇਖੋ ਕਿੰਨਾ ਸ਼ੁੱਧ ਚਿੱਤ ਹੋਊਗਾ, ਕਿੰਨਾ ਨਿਰਮਲ ਮਨ ਹੋਊਗਾ, ਕਿੰਨਾ ਇੱਕਦਮ ਨਿਰਮਲ, ਕਿਉਂਕਿ ਵਿਰਾਗ ਪ੍ਰਗਟ ਹੋ ਗਿਆ। ਵੇਖਣ ਵਾਲਾ ਜਿਹੜਾ ਤੁਹਾਡੇ ਅੰਦਰ ਲਹਿੰਜ ਆ, ਉਹਦੇ ਅੰਦਰ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਜਿਹੜੀਆਂ ਫਿਲਮਾਂ ਚੜੀਆਂ ਸੀ ਉਹ ਲਾ ਦਿੱਤੀਆਂ। ਆਤਮਾ ਪ੍ਰਗਟ ਹੋ ਗਈ, ਚੇਤਨਾ ਪ੍ਰਗਟ ਹੋ ਗਈ ਆ, ਸਾਰਾ ਪਵਿੱਤਰ ਹੈ। ਹੁਣ ਜਲ ਦੇ ਵਿੱਚ ਜਲ ਤਾਂ ਹੀ ਸਮਾਊਗਾ ਜੇ ਜਲ ਸ਼ੁੱਧ ਹੋਊਗਾ। ਜੇ ਮਲੀਨ ਹੋਊਗਾ ਤੇ ਕਿੱਥੇ ਉਹਨੇ ਉਹ ਵੱਖੋ ਵੱਖ ਹੋਣੀ ਆ, ਡੈਂਸਿਟੀ ਵੱਖਰੀ ਹੋਣੀ। ਬਿਲਕੁਲ ਪਿਓਰ ਵਿੱਚ ਪਿਓਰ ਰਲੂਗਾ। ਬ੍ਰਹਮ ਦੇ ਵਿੱਚ ਬ੍ਰਹਮ ਹੀ ਰਲ ਸਕਦਾ। ਬ੍ਰਹਮ ਐਵੇਂ ਥੋੜੀ ਮਿਲ ਜਾਂਦਾ। ਆਪ ਜਸਟ ਦੇਖੋ ਅਗਲੇ ਬੰਨੇ ਕਹਿੰਦੇ ਨੇ
ਕਿ ਵਿਸ਼ਨੂੰ ਹੋਇਆ, ਬ੍ਰਹਮਾ ਹੋਇਆ, ਇਹ ਵੀ ਨਹੀਂ ਪਹੁੰਚ ਸਕਦੇ ਉੱਥੇ। ਅਗਰ ਤੁਸੀਂ ਉੱਥੇ ਪਹੁੰਚਣ ਦੇ ਜੋ ਤੇ ਉਹਦੀ ਕੀਮਤ ਆ, ਉਹਦੀ ਕੀਮਤ ਦੇਣੀ ਪੈਣੀ ਆ ਤੁਹਾਨੂੰ। ਬ੍ਰਹਮ ਹੈ, ਬ੍ਰਹਮ ਤੇ ਡਿਮਾਂਡ ਬਹੁਤ ਆ, ਬਹੁਤ। ਔਰ ਇਹ ਵੀ ਮੈਂ ਨਹੀਂ ਕਹਿੰਦਾ, ਇੱਕ ਉਹ ਬਾਣੀ ਇਹ ਵੀ ਕਹਿੰਦੀ ਆ ਕਿ ਸੱਜਣਾ ਜਿੱਦਣ ਤੈਨੂੰ ਬ੍ਰਹਮ ਮਿਲ ਗਿਆ ਨਾ, ਤੇਰੇ ਦੁਆਰਾ ਕੀਤੀ ਮਿਹਨਤ ਇੰਨੀ ਘੱਟ ਆ ਨਾ, ਇੰਨੀ ਘੱਟ ਆ, ਇਹਦੇ ਨਾ ਸੋਚੀ ਕਿ ਤੂੰ ਉਹ ਕੀਮਤ ਦੇ ਕੇ ਬ੍ਰਹਮ ਨੂੰ ਮਿਲਿਆ। ਇਹ ਮਿਲਿਆ ਤੂੰ ਉਹਦੀ ਕਿਰਪਾ ਨਾਲ, ਕਿਉਂਕਿ ਤੇਰੀ ਮਿਹਨਤ ਉਹਦੀ ਵੈਲਿਊ ਨਹੀਂ ਦੇ ਸਕਦੀ ਨਾ। ਜਦੋਂ ਬ੍ਰਹਮ ਆ, ਆਪ ਜੇ ਤੇ ਸੋਚੋ ਜਿਹੜਾ ਬ੍ਰਹਮ ਕਿੱਡਾ ਵੱਡਾ ਵਾ, ਜਿਹੜੀ ਆਪਣੀ ਧਰਤੀ ਆ, ਉਹ ਸਾਰੇ ਬ੍ਰਹਿਮੰਡ ਦੇ ਵਿੱਚ ਇੱਕ ਰੇਤਾ ਦੇ ਕੰਨ ਤੋਂ ਜ਼ਿਆਦਾ ਵੱਡੀ ਨਹੀਂ ਆ। ਤੇ ਉਹ ਜਿਹੜਾ ਬ੍ਰਹਮ ਕਿੱਡਾ ਕਹੂਗਾ। ਤੇ ਤੁਸੀਂ ਮੈਂ ਐਂ ਕੀ ਕਰ ਲਾਂਗੇ? 10-20 ਮਿੰਟ ਸਾਧਨਾ, ਅੱਧਾ ਘੰਟਾ, ਇਹ ਉਹਦੀ ਕੀਮਤ ਹੈ? ਨਹੀਂ। ਵੇਖੋ ਪੁਰਾਣੇ ਜ਼ਮਾਨੇ ਚ ਲੋਕਾਂ ਨੇ ਕਿੰਨੇ ਕਿੰਨੇ ਜਨਮ ਤਪੱਸਿਆ ਕੀਤੀ, ਜੁਗਾਂ ਜੁਗ ਇਹ ਮਤਲਬ ਚੱਲਦੀ ਆਈ ਚੱਲਦੀ। ਪਰ ਉਹ ਬਾਦਸ਼ਾਹ ਹੈਗਾ, ਕਲਯੁਗ ਇੱਕ ਐਸਾ ਟਮਾ ਵਾ, ਇਹ ਚ ਥੋੜਾ ਟਾਈਮ ਵੀ ਅਗਰ ਆਪ ਭਗਤੀ ਕਰਦੇ ਜੋ, ਮੈਂ ਤੁਹਾਨੂੰ ਤਾਂ ਵੈਸੇ ਜ਼ਿਆਦਾ ਟਾਈਮ ਨਹੀਂ ਕਿਹਾ, 2.5 ਸਾਲ ਕਿਹਾ, ਉਹ ਵੀ ਰੋਜ਼ ਦਾ 1-1.5 ਘੰਟਾ ਬਸ, ਤੇ ਮਸਲਾ ਹੱਲ ਹੋ ਜਾਂਦਾ। ਕਲਯੁਗ ਵੀ ਹੈਗਾ, ਪਰ ਟਾਈਮ ਦਾ ਪੀਰੀਅਡ ਇੱਥੇ ਵੀ 2.5 ਸਾਲ ਹੈਗਾ ਵਾ ਨਜਾ ਸਾਹਿਬ। ਬਿਲਕੁਲ। ਕਿਉਂਕਿ ਉਹ ਤੁਸੀਂ ਬ੍ਰਹਮ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਦੇ, ਉਹਨੂੰ ਸਾਹਮਣੇ ਖਲੋਣਾ, ਉਹਦੇ ਪਾਵਰ ਚਾਹੀਦੀ ਹੈ ਤੁਹਾਡੇ ਅੰਦਰ। ਤੁਸੀਂ ਵੈਸੇ ਵੀ ਸਮਾਧੀ ਚ ਲੀਨ ਹੁੰਦੇ ਵੇਖੋ, ਤੁਹਾਡੀ ਸਾਰੀ ਸ਼ਕਤੀ ਉੱਡ ਜਾਂਦੀ ਹੈ। ਜਿੱਦਾਂ ਕਿਸੇ ਵੱਡੇ ਮੋਟਰ ਜਾਂ ਵੱਡੇ ਟਰਾਂਸਫਾਰਮ ਦੇ ਨਾਲ ਛੋਟੀ ਜਿਹੀ ਤਾਰ ਲਾਓਗੇ, ਉਹਦਾ ਕੀ ਹਾਲ ਹੋਊਗਾ? ਛੋਟੀ ਜਿਹੀ ਮੋਟਰ। ਚੇਤਨਾ ਦਾ ਬਹੁਤ ਵੱਡਾ ਪਾਵਰਫੁਲ ਸੋਰਸ ਆਫ એનર્ਜੀ ਆ। ਅਸੀਂ ਕੇਵਲ ਉਦੋਂ ਹੀ ਬ੍ਰਹਮ ਦੇ ਲਾਗੇ ਜਾਂਦੇ ਹਾਂ ਜਦੋਂ ਅਸੀਂ ਬੇਹੋਸ਼ ਹੁੰਦੇ ਹਾਂ। ਹੁਣ ਤੁਸੀਂ ਮੈਨੂੰ ਬੇਹੋਸ਼ ਕਰਕੇ ਮੇਰੀ ਕਿਡਨੀ ਕੱਢ ਲਓ, ਮੇਰੇ ਲੰਗਸ ਕੱਢ ਲਓ, ਮੇਰੀਆਂ ਲੱਤਾਂ ਤੇ ਜੋ ਮਰਜ਼ੀ ਆਪਰੇਸ਼ਨ ਕਰ ਦੋ, ਮੈਨੂੰ ਕੀ ਪਤਾ ਲੱਗਣਾ? ਜਦੋਂ ਮੈਨੂੰ ਜਾਗਰਤ ਅਵਸਥਾ ਨਿਗਾਹ ਜਾਂ ਕੰਡਾ ਵੀ ਵੱਜਿਆ ਤੇ ਮੇਰੀਆਂ ਚੀਕਾਂ ਨਿਕਲ ਜਾਣੀਆਂ। ਇਹੋ ਹਿਸਾਬ ਸਾਡਾ ਹੈ। ਬ੍ਰਹਮ ਦੇ ਸਾਹਮਣੇ ਜਾਗਰਤ ਅਵਸਥਾ ਚ ਜਾਣਾ, ਇੱਕਦਮ એનર્ਜੀ ਤੁਹਾਡੀ ਵੀਕ ਹੋ ਜਾਣੀ ਹੈ, ਕਿਉਂਕਿ ਉਹ ਬੜਾ ਪਾਵਰਫੁਲ ਹੈ ਚੇਤਨਾ ਦਾ ਸਾਗਰ। ਬੇਹੋਸ਼, ਅਸੀਂ ਬੇਹੋਸ਼ ਹਾਂ ਕਿਉਂਕਿ ਵਿਚਾਰਾਂ ਮਚੂਰਾਂ ਚ ਗਵਾਚੇ ਆ, ਇਸ ਕਰਕੇ ਸਾਨੂੰ ਉਹ ਇੰਨਾ ਪ੍ਰਭਾਵਿਤ ਨਹੀਂ ਕਰਦਾ। ਆਪ ਸੂਰਜ ਨੂੰ ਦੇਖੋ, ਤੁਹਾਡੀਆਂ ਅੱਖਾਂ 1 ਸੈਕਿੰਡ ਪਾ ਕੇ ਵੇਖੋ, ਇੱਕਦਮ ਤੁਹਾਨੂੰ ਕਿੰਨੇ ਮਿੰਟ ਦਿਖਣਾ ਹੀ ਨਹੀਂ ਹੈ, ਕਿੰਨਾ ਪਾਵਰਫੁਲ ਹੈ ਇੱਕ ਸੂਰਜ ਆ। ਤੇ ਉਹ ਜਿਹੜਾ ਸੂਰਜ, ਉਹ ਕਿੱਡਾ ਪਾਵਰਫੁਲ, ਚੇਤਨਾ ਦਾ ਸੂਰਜ। ਉਹ ਤਾਂਹੀਓ ਤੇ ਉੱਥੇ ਬਾਰ-ਬਾਰ ਕਬੀਰ ਜੀ ਇੱਥੇ ਲੈ ਕੇ ਜਾਂਦੇ ਨੇ ਕਿ ਬੜਾ ਬਰੀਕ ਹੈਗਾ ਉੱਥੇ, ਮੈਂ ਬਾਰ-ਬਾਰ ਜਾਂਦਾ, ਔਰ ਤੁਸੀਂ ਇੱਕ ਦਿਨ ਪਹੁੰਚ ਜਾਓ, ਬਸ ਗੱਲ ਖਤਮ ਹੋ। ਇਹਦੀ ਇੱਛਾ ਕਰਨੀ, ਜਾਣਾ ਨਹੀਂ ਜਾਣਾ, ਇਹ ਕਿਸੇ ਦੂਜੇ ਬੰਦੇ ਦਾ, ਜ਼ਿੰਦਗੀ ਚ ਮੰਨ ਲਿਓ ਕਿਸੇ ਦਾ ਫੈਸਲਾ ਨਹੀਂ ਆ। ਜਿਹੜੇ ਮਹਾਤਮਾ ਬੁੱਧ ਦੇ 2 ਪੰਥ ਨੇ, ਹੀਨ ਜਾਨ ਤੇ ਮਹਾਜਾਨ। ਮਹਾਜਾਨ ਕਹਿੰਦਾ ਕਿ ਆਪਾਂ ਸਾਰਿਆਂ ਨੂੰ ਇਕੱਠਾ ਕਰਕੇ ਖੜਦੇ ਹਾਂ, ਸਾਰੇ ਲੱਦਦੇ ਆ ਨਿੱਜਰ ਸਾਹਿਬ, ਤੇ ਇਕੱਠੇ ਚੱਲਦੇ ਆ, ਇਹ ਭਵ ਸਾਗਰ ਤੋਂ ਪਾਰ ਲੰਘ ਜਾਂਦੇ ਆ। ਹੀਨ ਜਾਣ ਵਾਲੇ ਕਹਿੰਦੇ ਆ it is not possible, practically it is not possible, nobody want to go। ਜੇ ਕੋਈ ਨਹੀਂ ਜਾਣਾ ਚਾਹੁੰਦਾ ਤੂੰ ਕਿੱਦਾਂ ਲੈ ਜਾਏਗਾ ਉਹਨੂੰ? how can ਉਹ ਕਹਿੰਦੇ ਤੂੰ ਕਿਸੇ ਨੂੰ ਰੋਟੀ ਨਹੀਂ ਖਵਾ ਸਕਦਾ। ਬ੍ਰਹਮ ਗਿਆਨ ਦੀ ਤੇ ਬੜੀ ਵੱਡੀ ਗੱਲ। ਇੱਕ ਬੰਦੇ ਨੂੰ ਤੂੰ ਜ਼ਬਰਦਸਤੀ ਇੱਕ ਬੁਰਕੀ ਦੇ ਮੂੰਹ ਚ ਤੁੰਨ ਦਾ, ਕੋਈ ਜਾਨਵਰ ਥੋੜੀ ਦਾ ਮੂੰਹ ਫੜ ਕੇ ਤੁੰਨ ਦੇਗਾ, ਅਗਰ ਮੂੰਹ ਬੰਦ ਕਰ ਲੈਂਦਾ ਕਿੱਦਾਂ ਵਾੜ ਦੇਗਾ ਤੈਨੂੰ? ਤੇ ਬ੍ਰਹਮ ਗਿਆਨ, ਆਤਮ ਗਿਆਨ ਕਰਾਉਣਾ ਉੱਥੇ ਬਹੁਤ ਔਖਾ ਕੰਮ ਹੈ। ਜਦ ਤੱਕ ਅਗਲਾ ਰੈਡੀ ਨਹੀਂ ਹੈਗਾ ਗਿਆਨ ਲੈਣ ਨੂੰ, ਤੂੰ ਕਿੱਥੋਂ ਕਰਾ ਦੇਗਾ? ਤੇਰੀ ਕਿਸ਼ਤੀ ਭਰਨੀ ਨਹੀਂ ਹੈ। ਤੂੰ 5 ਕਿ ਚਾੜਨੇ, 3-6 ਉਤਰ ਜਾਣੇ ਵਿੱਚੋਂ ਨਿੱਜਰ ਸਾਹਿਬ। ਬਿਲਕੁਲ। ਤੇ ਤੂੰ ਇਸੇ ਚੱਕਰਾਂ ਚ ਆਪਣਾ ਸਮਾਂ ਨਾ ਬਰਬਾਦ ਕਰ। ਕਹਿੰਦੇ ਤੂੰ ਲੰਘ ਜਾ, ਤੂੰ ਲੰਘ ਗਿਆ ਨਾ, ਤੇਰੇ ਵੱਲ ਵੇਖ ਕੇ ਦੂਜੇ ਵੀ ਆ ਜਾਣਗੇ। ਉਹ ਵੀ ਸਹੀ, ਪਹਿਲੇ ਵੀ ਸਹੀ, ਸਾਰੇ ਹੀ ਸਹੀ। ਠੀਕ ਹੈ ਜੀ, ਬਹੁਤ ਵਧੀਆ। ਹਾਂਜੀ, ਹੋਰ ਕੁਝ ਵਿਚਾਰ? ਠੀਕ ਹੈ ਨਿੱਜਰ ਸਾਹਿਬ? ਬਸ ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਆਬਾ ਠੀਕ ਹੈ ਸਾਧ ਸੰਗਤ ਜੀ, ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰੀਦੀਆਂ ਨੇ ਤਾਂ ਜੋ ਥੋੜਾ ਮਨ ਲੱਗਿਆ ਰਹੇ, ਕਿਉਂਕਿ ਮਨ ਦਾ ਸੁਭਾਅ ਹੀ ਗੱਲਾਂ ਚ। ਪਰ ਜਿੱਦਣ ਤੁਹਾਡੇ ਮਨ ਨੇ ਹਾਂ ਕਰ ਦਿੱਤੀ ਨਾ, ਕੰਮ ਹੋ ਜਾਣਾ। ਜੋ ਉਦਣ ਹੀ ਕੰਮ, ਉਦਣ ਹੀ ਪ੍ਰੋਗਰੈਸ। ਸਿੱਧਾ ਯੂ ਟਰਨ, ਜਿਹੜਾ ਖੱਬੇ ਬੰਨੇ ਜਾਣਦੇ ਨਾਲ ਹੀ ਸੱਜੇ ਬੰਨੇ ਤੁਰ ਪਿਆ, ਤੇ ਸੱਜੇ ਬੰਨੇ ਤੇ ਫਿਰ ਰੱਬ ਹੀ ਆ। ਅੱਜ ਨਹੀਂ ਤੇ ਕੱਲ ਨੂੰ ਦਿਸ਼ਾ ਦੀ ਗੱਲ ਹੁੰਦੀ ਹੈ। ਤੁਸੀਂ ਦੇਖੋ, ਤੁਸੀਂ ਗਲਤ ਦਿਸ਼ਾ ਦੇ ਵੱਲ ਤੁਰੇ ਜਾਓ, ਭਾਵੇਂ ਕਰੋੜ ਜਨਮ ਤੁਰੇ ਜਾਓ, ਸਿੱਧੀ ਦਿਸ਼ਾ ਤੇ ਹੋਣੀ ਨਹੀਂ। ਤੇ ਸਹੀ ਦਿਸ਼ਾ ਜਿੱਦਾਂ ਤੁਸੀਂ ਮੁੜ ਪਏ,
तो गल खत्म है। वो दिशा भी किते दूर नहीं, तुहाडे अंदर ही है। किते बाहर ना समझ लियो, किते बाहर तुरे जाओ, किते बाबे बूबे को ना चल जाओ, नहीं तो किते पहले तेन होर ही लै लो जाना। बिल्कुल सही दिशा तुहाडे अंदर आ। टाइम वध लग जाए, 6 महीने साल वध लग जूगा, पर आत्म ज्ञान जिहड़ा मैं कहना कि गारंटी आ। बाणी ते कहंदी कि चरणजीत अपना ही लैके जावें, किसी दा उधारा ना चुक लिया, क्योंकि उधारा इत्थे रह जाना, तेरे नाल नहीं जाना। ਇਹ ਜਿਹੜੀਆਂ ਫੋਕੀਆਂ ਗੱਪਾਂ ਸੁਣਾਉਂਦੇ ਆ, ਇਹ ਗੱਪਾਂ ਹੀ ਹੋ, ਕੇਵਲ ਲਗੋਟ ਸੰਖ, ਤੈਨੂੰ ਇੱਥੇ ਮਿਲਣਾ ਕੁਝ ਨਹੀਂ। ਜੇਕਰ ਜੀਵਨ ਦੇ ਵਿੱਚ ਕੁਝ ਪ੍ਰਾਪਤੀ ਹੈਗੀ, ਉਹ ਜੇ ਤੁਹਾਡਾ ਆਪਣਾ। ਤੁਸੀਂ ਯਾਰ ਇੱਕ ਚੀਜ਼ ਉਸ ਦੇਖੋ, ਇੱਕ ਜੇ ਰੋਟੀ ਖਾਧੀ ਦਾ ਸਵਾਦ, ਜੇ ਦੁੱਧ ਪੀਤੇ ਦਾ ਸਵਾਦ ਸਾਡਾ ਆਪਣਾ ਹੀ ਹੋ ਸਕਦਾ, ਦੂਜੇ ਦਾ ਨਹੀਂ ਸਾਡਾ ਹੋ ਸਕਦਾ, ਤੇ ਆਤਮ ਗਿਆਨ ਦੂਜੇ ਦਾ ਸਾਡਾ ਹੋ ਸਕਦਾ। ਆਪ ਕੀ ਸੋਚਦੇ ਜੋ? ਐਡਾ ਸਸਤਾ ਹੈ। ਇੱਕ ਮਾੜਾ ਜਿਹਾ ਅੰਬ ਆ, ਜਦ ਤੱਕ ਮੈਂ ਉਹ ਨਹੀਂ ਖਾਂਦਾ, ਮੈਨੂੰ ਉਹਦੇ ਸਵਾਦ ਦਾ ਨਹੀਂ ਪਤਾ ਲੱਗਣਾ, ਤੇ ਲੋਕਾਂ ਦੇ ਖਾਧੇ ਅੰਬਾਂ ਦਾ ਮੈਂ ਕੀ ਸਵਾਦ ਦੱਸੂਗਾ? ਕੀ ਆ ਉਹ? ਜੇ ਕੋਈ ਮੈਨੂੰ ਕਹਿ ਦੇ ਕਿ ਚਰਨਜੀਤ ਤੈਨੂੰ ਖਾਣ ਦੀ ਲੋੜ ਨਹੀਂ, ਅਸੀਂ ਖਾਧੇ ਬਥੇਰੇ ਅੰਬ, ਭਾਈ ਏਦਾਂ ਦਾ ਹੈਗਾ ਹੀ, ਗੱਲ ਖਤਮ, ਤੂੰ ਨਾ ਟੈਨਸ਼ਨ ਲੈ, ਅਸੀਂ ਖਾਧੇ ਆ, ਤੇਰੇ ਹਿੱਸੇ ਦੇ ਵੀ 2-3 ਖਾ ਲਏ, ਲੈ ਕਰੋ ਗੱਲ। ਤੇ ਕਿੱਡਾ ਵੱਡਾ ਸ਼ਦਾਈ ਹੋਊਗਾ ਤੇ ਮੈਂ ਜੇ ਗੱਲ ਨੂੰ ਮੰਨ ਲੈਂਦਾ। ਪਰ ਆਪਾਂ ਸਾਰੇ ਬੇਵਕੂਫੀ ਕਰਨੇ ਆ, ਲੋਕਾਂ ਦੇ ਖਾਧੇ ਅੰਬਾਂ ਨੂੰ ਕਹਿ ਦਿੰਦੇ ਆ ਕਿ ਅਸੀਂ ਵੀ ਖਾ ਲਏ। ਉਹ ਬੇਵਕੂਫ ਬਣਾਉਂਦੇ ਆ ਤੁਹਾਨੂੰ। ਠੀਕ ਹੈ ਜੀ। ਹਾਂਜੀ ਜਪਮਾਨ ਜੀ, ਤੁਹਾਡਾ ਮਾਈਕ ਆਨ ਹੋ ਗਿਆ ਜੀ, ਕੁਝ ਕਹਿਣਾ ਚਾਹੁੰਦੇ ਤੁਸੀਂ? ਠੀਕ ਹੈ, ਨਹੀਂ ਕਹਿਣਾ। ਹਾਂਜੀ ਠੀਕ ਹੈ ਨਿਜਰ ਸਾਹਿਬ, ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰ। ਠੀਕ ਹੈ ਜੀ। ਹਾਂਜੀ ਕੁਝ ਕਹਿਣਾ ਜਪਮਾਨ ਜੀ? ਬਜ਼ੁਰਗ ਹੈਗੇ ਕੋਈ? ਦੇਖੋ ਸ਼ਾਇਦ ਪਤਾ ਨਹੀਂ। ਹਾਂਜੀ ਹਾਂਜੀ ਕੋਈ ਨਹੀਂ, ਤੁਸੀਂ ਇਹਨਾਂ ਦਾ ਨਾ ਮਾਈਕ ਬੰਦ ਕਰ। ਮੈਂ ਕਰ ਦੇਣਾ ਜੀ। ਗੋਕੀ ਸਾਹਿਬ ਅਰਦਾਸ ਕਰ ਦਿਓ ਗੁਰਨਾਜ। ਹਾਂਜੀ 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 ਮੈਨੂੰ ਪਤਾ ਜੀ। ਠੀਕ ਹੈ, ਧੰਨਵਾਦ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਕਿ ਤੁਮ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਮਾਲਿਕ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਇਹ ਲੋਕਾਂ ਤੰਦਰੁਸਤੀ ਬਖਸ਼ਣੀ ਮੇਰੇ ਮਾਲਿਕ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਇੱਕ ਸਰੀਰ ਹੈ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ। ਆਪ ਜਾਨੀ ਜਾਣ ਹੋ ਮੇਰੇ ਪਿਤਾ, ਆਪ ਤੰਦਰੁਸਤੀ ਬਖਸ਼ੋ, ਇਸ ਕਸ਼ਟ ਤੋਂ ਉਹਨਾਂ ਨੂੰ ਮੁਕਤ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।